वाहिगुरु जी का खालसा वाहिगुरु जी की फतेह। दीना बंधु नाम के रोहित साहिब श्री गुरु ग्रंथ साहिब जियां दी पावन गोद दा निग बन रही गुरु सवारी साध संगत जियो। आओ जिन्ना भी समा गुरु चरना विच बैठे हाँ, इनू सफला बनाउण दा यतन करिए। इतिहास दे पावन प्रसंगां दे विचों आप जी ने सरवण कीता सी। गुरु नानक साहिब सच्चे पातशाह जी बाल लीला दे जोज बता रहे हैं। कदे कदाई बच्चियां नूं बड़े पंडितां ते सियाणियां दे वांग उपदेश भी दिंदे। हर इंसान इन्हां दे बोलण दे लहजे ते मिठी आवाज शुभ गुणां नूं वेख करके आश्चर्य जरूर होता है। जिथे सारा पिंड सिफत करदा है उथे पिता कल्याण चंद अपने पुत्र ते कदे भी रब वर्गी श्रद्धा नहीं रखते। समाजिक ताना बाना अपने परिवार दा अपने पुत्र विचों वेखदे। पिता दे मन विच आउंदा है पुत 6.5-7 साल दा हो गया, क्यों ना इनू पढ़ने पाया करे। इथों तक आप जियां ने पावन कथा दा आनंद माणिया। आओ जी सुरत बिरत नूं एकाग्र चित बनाइए, पाओ प्रेम दी सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। मर हरि संग कीरत सुत कालो, हरख बेसालो, पढ़नो चित मन जान। इस पावन कथा नूं खडूर साहिब दी पावन धरती ते भारीवाला जी गुरु अंगद देव सतगुरु ते बाकी सिख संगतां दे ताई सुना रहे ने। जदों पिता अपने पुत ताई कदे शरधा ही नहीं रखदा। कल्याण चंद जी नानक नूं सिर्फ अपने पुत्र दे रूप विच वेखदे ने, इह तों ज्यादा कदे ख्याल भी नहीं आया। हुण पिता नूं लगदा है पुत सियाणियां गल्लां करदा, लोग कहिंदे ने जे इन्ना सियाणा नानक हो गया है क्यों ना इनू पढ़ने पाया जाए। हर रोज पिता अपने पुत नूं कोल बिठा के पढ़ाई दे फायदे दसदे। सुभाविक गल है, हर मां बाप अपने बच्चों नूं पढ़न दे फायदे गिनाउंदा रहिंदा है ते है भी। एक समाजिक विद्या है
ਜਿਹਦੇ ਨਾਲ ਦੁਨੀਆ ਦੀ ਸਮਝ ਆ ਸਕਦੀ ਹੈ, ਪਰ ਦੁਨੀਆ ਸਮਝੀ ਨਹੀਂ ਜਾ ਸਕਦੀ। ਦੁਨੀਆ ਨੂੰ ਸਮਝਣ ਦੇ ਲਈ, ਸਮਝਦਾਰ ਹੋਣ ਦੇ ਲਈ ਸਿਰਫ ਇੱਕ ਪੈਰਾਮੀਟਰ ਹੈ ਵਿਦਿਆ। ਪਰ ਵਿਦਿਆ ਪੜ੍ਹ ਕੇ ਵੀ ਜ਼ਰੂਰੀ ਨਹੀਂ ਕੋਈ ਸਿਆਣਾ ਹੋ ਜੇ, ਪਰ ਐਸਾ ਵੀ ਨਹੀਂ ਵੀ ਵਿਦਿਆ ਪੜ੍ਹਨੀ ਨਹੀਂ ਚਾਹੀਦੀ। ਪਿਤਾ ਦੇ ਮਨ ਵਿੱਚ ਆਇਆ, ਰੋਜ਼ ਆਪਣੇ ਪੁੱਤ ਨੂੰ ਗੋਦੀ 'ਚ ਬਿਠਾ ਕੇ ਦੱਸਦੇ ਆ, ਪੁੱਤ ਮੇਰਾ ਪੜ੍ਹਨ ਜਾਇਆ, ਜਦ ਤੂੰ ਨਾਨਕ ਵੱਡਾ ਹੋਏਗਾ ਲੋਕ ਤੇਰੇ ਰੁਤਬੇ ਦਾ ਬੜਾ ਸਤਿਕਾਰ ਕਰਨਗੇ। ਹਮ ਕਾਜਬ ਸਿਖਾ ਸਿਖੈ ਲਿਖਾ ਬੈਸਿਆ ਬੈ ਪਹਿਚਾਨ। ਤੇ ਗੁਰੂ ਸਾਹਿਬ ਪੁੱਛਦੇ ਆ, ਪਿਤਾ ਜੀ ਕਿਹੋ ਜੀ ਪੜ੍ਹਾਈ ਹੁੰਦੀ ਹੈ? ਪੜ੍ਹੇ ਨਹੀਂ ਨਾ, ਦੁਨਿਆਵੀ ਤੌਰ ਤੇ ਕਿਸੇ ਸਕੂਲ, ਕਾਲਜ, ਮਦਰਸੇ ਵਿੱਚ, ਕਿਸੇ ਪਾਠਸ਼ਾਲਾ ਵਿੱਚ ਨਹੀਂ ਗਏ। ਤੇ ਪਿਤਾ ਕਹਿੰਦੇ, ਪੁੱਤ ਇਹ ਪੜ੍ਹਾਈ ਹੈ ਲੇਖੇ ਦੀ, ਲੇਖਾ ਨਾਮ ਹੈ ਹਿਸਾਬ ਕਿਤਾਬ ਦਾ। ਜਦ ਤੂੰ ਇਸ ਉਮਰ ਵਿੱਚ ਪੜ੍ਹਨ ਜਾਏਗਾ, ਛੇਤੀ ਹਿਸਾਬ ਕਿਤਾਬ ਸਿੱਖ ਜਾਏਗਾ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹਿਸਾਬ ਕਿਤਾਬ, ਲੇਖਾ ਕਿਹਨੂੰ ਕਹਿੰਦੇ ਆ? ਇਹ ਪਟਵਾਰਖਾਨੇ ਦੀ ਪੜ੍ਹਾਈ ਸੀ, ਬਚਪਨ ਤੋਂ ਹੀ ਲੱਗ ਜਾਂਦੀ ਸੀ। ਪਿਤਾ ਕਹਿੰਦੇ, ਪੁੱਤ ਹਿਸਾਬੀ ਕਿਤਾਬੀ ਹੋ ਜਾਏਗਾ। ਦੇਖ ਜਿਵੇਂ ਮੈਂ ਮੌਜਾਂ ਕਰਦਾ ਨਾ, ਰਾਏ ਗੁਲਾਰ ਦੇ ਨਾਲ ਮੇਰੀ ਉੱਠਣੀ ਬੈਠਣੀ ਆ, ਲੋਕਾਂ ਵਿੱਚ ਮੇਰਾ ਬੜਾ ਅਦਬ ਅਦਾਬ ਤੇ ਸਤਿਕਾਰ ਹੈ, ਪੁੱਤ ਤੂੰ ਮੇਰੇ ਤੋਂ ਵੱਡਾ ਪਟਵਾਰੀ ਬਣੇਗਾ। ਗੁਰੂ ਸਾਹਿਬ ਗੋਦੀ 'ਚ ਬੈਠੇ ਹੱਸਦੇ ਰਹਿੰਦੇ। ਬਾਪੂ ਬੇਸ਼ੱਕ ਗੱਲਾਂ ਪਿਆਰ ਨਾਲ ਕਰਦੇ ਆ, ਪਰ ਕਿਤੇ ਨਾ ਕਿਤੇ ਗੱਲਾਂ ਦੇ ਪਿੱਛੇ ਮੋਹ ਮਾਇਆ। ਪੈਸੇ ਕਮਾਉਣ ਦੀ ਵਿਦਿਆ ਏ, ਜਿਹਦੇ ਉਹ ਫਾਇਦੇ ਦੱਸਦੇ ਨੇ। ਕਾਰਨ ਪਟਵਾਰੀ ਗ੍ਰਾਮੈ ਸਾਰੇ ਕਰਨੋ ਚਿਤ ਤਬ ਹੋਈ। ਤੇ ਸਤਿਗੁਰ ਪੁੱਛਦੇ, ਪਿਤਾ ਜੀ ਪਟਵਾਰੀ ਕੀ ਹੁੰਦਾ ਹੈ? ਕਹਿੰਦੇ, ਪੁੱਤ ਕਈ ਪਿੰਡਾਂ ਦਾ ਲੇਖਾ ਜੋਖਾ ਕਰਦਾ, ਜ਼ਮੀਨਾਂ ਦਾ। ਪਟਵਾਰੀ ਦੇ ਹੱਥ 'ਚ ਹੀ ਸਾਰਾ ਕੁਝ ਸੀ ਪਹਿਲਾਂ, ਹੈ ਅੱਜ ਵੀ ਬੜਾ ਕੁਛ। ਪੁੱਤਰ ਤੇਰੀ ਇਹ ਉਮਰ ਹੈ, ਇਸ ਉਮਰ ਦੇ ਵਿੱਚ ਤੂੰ ਬਹੁਤ ਛੇਤੀ ਪੜ੍ਹ ਸਕਦਾ ਹੈ, ਕਿਉਂਕਿ ਬਚਪਨ ਇੱਕ ਕੋਰਾ ਕਾਗਜ਼ ਹੁੰਦਾ ਹੈ। ਉਹਦੇ ਵਿੱਚ ਜੋ ਲੀਕਾਂ ਵਾਹੀਆਂ ਜਾਣਗੀਆਂ, ਜੋ ਲਿਖਿਆ ਜਾਏਗਾ, ਉਹ ਛਾਪ ਸਾਰੀ ਜ਼ਿੰਦਗੀ ਚੱਲਦੀ ਹੈ। ਪਿਤਾ ਕਹਿੰਦੇ, ਪੁੱਤਰ ਜਦ ਤੂੰ ਵੱਡਾ ਪਟਵਾਰੀ ਬਣੇਗਾ, ਲੋਕ ਤੇਰੇ ਅੱਗੇ ਪਿੱਛੇ ਫਿਰਿਆ ਕਰਨਗੇ, ਬੜੀ ਮਾਇਆ ਤੇਰੇ ਘਰ ਆਇਆ ਕਰੂਗੀ, ਮੇਰੇ ਵਾਂਗ ਤੇਰਾ ਵੀ ਸਤਿਕਾਰ ਹੋਇਆ ਕਰੇਗਾ। ਇੱਕ ਮੰਤਰੀ ਤੋਂ ਘੱਟ ਪਾਵਰ ਨਹੀਂ ਇਲਾਕੇ 'ਚ ਪਟਵਾਰੀ ਦੀ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣਦੇ ਗਏ। ਪਿਤਾ ਜੀ ਨੂੰ ਲੱਗਦਾ ਮੇਰਾ ਪੁੱਤ ਮੇਰੀਆਂ ਗੱਲਾਂ ਵਿੱਚ ਦਿਲਚਸਪੀ ਲੈਂਦਾ, ਕਿਉਂਕਿ ਹੁਣ ਪਿਤਾ ਸੁਣਾਉਂਦੇ ਆ, ਗੁਰੂ ਸਾਹਿਬ ਸੁਣ ਰਹੇ ਆ। ਨਾ ਉਹ ਪਟਵਾਰੀ ਬਣਨਾ ਚਾਹੁੰਦੇ ਆ ਤੇ ਨਾ ਪਟਵਾਰੀ ਬਣਨ ਬਾਰੇ ਕੁਝ ਸਿੱਖਣਾ ਚਾਹੁੰਦੇ ਆ, ਕਿਉਂਕਿ ਇਹ ਹਿਸਾਬ ਕਿਤਾਬ ਹੈ। ਬਹੁਤੇ ਹਿਸਾਬੀ ਕਿਤਾਬੀ ਵੀ ਜ਼ਿੰਦਗੀ ਵਿੱਚ ਦੁੱਖ ਹੀ ਪਾਉਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਦੀਆਂ ਭੋਲੀਆਂ ਜੀਆਂ ਗੱਲਾਂ ਸੁਣ ਕੇ ਹੈਰਾਨ, ਕਿਉਂਕਿ ਬਾਪੂ ਦੇ ਕੋਲ ਹਰ ਵੇਲੇ ਇੱਕੋ ਹੀ ਗੱਲ ਹੈ। ਬਾਪੂ ਸ਼ਬਦ ਬੜਾ ਪੁਰਾਣਾ ਹੈ, ਇਹ ਆਪਣੇ ਇਲਾਕੇ ਦੀ ਬੋਲੀ ਹੁੰਦੀ। ਕਈ ਦਾਦੇ ਨੂੰ ਬਾਪੂ ਕਹਿੰਦੇ ਆ, ਕੋਈ ਨਾਨੇ ਨੂੰ ਕਹਿਣ ਲੱਗ ਪੈਂਦਾ, ਆਪਣੇ ਇਲਾਕੇ ਦੀ ਬੋਲੀ। ਪਰ ਬਾਪੂ ਸ਼ਬਦ ਬਾਪ ਸ਼ਬਦ ਤੋਂ ਬਣਿਆ। ਪਿਤਾ ਨੂੰ ਜੋ ਸਿਆਣਾ ਹੋਵੇ ਉਹਨੂੰ ਬਾਪੂ ਕਿਹਾ ਜਾਂਦਾ ਹੈ। ਹਰ ਬਜ਼ੁਰਗ ਨੂੰ ਅਸੀਂ ਬਾਪੂ ਜੀ ਕਹਿ ਕੇ ਬੁਲਾਉਂਦੇ ਆ, ਜੋ ਸਾਡੇ ਪਿਤਾ ਸਮਾਨ ਹੋਵੇ। ਇਸੇ ਕਰਕੇ ਬਾਰ-ਬਾਰ ਜ਼ਿਕਰ ਆਏਗਾ, ਤਾਤ ਨਾਮ ਹੈ ਬਾਪੂ ਦਾ, ਤਾਤ ਨਾਮ ਹੈ ਪਿਤਾ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਕਹਿੰਦੇ, ਪੁੱਤ ਫਿਰ ਆਪਾਂ ਸਵੇਰੇ ਚੱਲਾਂਗੇ। ਕਿੱਥੇ ਜਾਣਾ ਹੈ? ਪਾਠਸ਼ਾਲਾ, ਜਿੱਥੇ ਹਿਸਾਬ ਕਿਤਾਬ ਦੀ ਵਿਦਿਆ ਤੁਹਾਨੂੰ ਸਿਖਾਈ ਜਾਏਗੀ। ਪੁੱਤ ਰੀਝ ਲਾ ਕੇ ਪੜ੍ਹਿਆ ਤੇਰੇ ਤੇ ਮੈਂ ਬਹੁਤ ਖਰਚਾ ਕਰ ਦਿਆਂ। ਜਿੰਨਾ ਤੂੰ ਸੋਹਣਾ ਪੜ੍ਹੇਗਾ ਉਹਨੇ ਖਿਡੌਣੇ ਮਿਲਣਗੇ, ਪਦਾਰਥ ਮਿਲਣਗੇ, ਖਾਣ ਵਾਲੀਆਂ ਵਸਤੂਆਂ ਪ੍ਰਾਪਤ ਹੋਣਗੀਆਂ। ਪਾਂਦੇ ਪੈ ਬੈਸੇ ਹੋ ਮਮ ਜੈਸੇ ਸੰਖਿਆ ਨਿਪੁੰਨੰਗ ਸੋਏ। ਪਰ ਪੁੱਤਰ ਤੈਨੂੰ ਪਾਦੇ ਦਾ ਕਹਿਣਾ ਮੰਨਣਾ ਪੈਣਾ। ਪਾਦਾ ਕੌਣ ਹੈ? ਹਿਸਾਬ ਦਾ ਟੀਚਰ, ਜੋ ਮੈਥਮੈਟਿਕਸ ਸਿਖਾਉਂਦਾ ਹੈ।
ਉਹਨੂੰ ਉਸ ਸਮੇਂ ਪਾਧਾ ਕਿਹਾ ਜਾਂਦਾ ਸੀ, ਕਿਉਂਕਿ ਹਿਸਾਬ ਕਿਤਾਬ ਦੀਆਂ ਪਾਠਸ਼ਾਲਾ ਅਲੱਗ ਨੇ। ਬ੍ਰਿਜ ਭਾਸ਼ਾ ਹੋਰ ਪਾਸੇ ਸਿੱਖੀ ਜਾਂਦੀ ਹੈ, ਉਰਦੂ ਕੋਈ ਹੋਰ ਸਿਖਾਉਂਦਾ ਹੈ। ਅੱਜ ਵਾਲਾ ਕੰਮ ਥੋੜੀ ਹੈ। ਬੱਚਾ ਇੱਕ ਕਿਤਾਬਾਂ ਦਾ ਬੈਗ ਭਰਿਆ, ਇੱਕ ਬੱਚੇ ਨੂੰ 6 ਤੋਂ 8 ਸਬਜੈਕਟ ਲੱਗੇ ਹੋਏ ਆ। ਸੋਚਣ ਵਾਲੀ ਗੱਲ ਹੈ। ਬੱਚੇ ਤੇ ਕਿੰਨਾ ਬਰਡਨ ਪਾਇਆ ਵੀ 8 ਦੀਆਂ 8 ਕਿਤਾਬਾਂ, 6 ਦੇ 6 ਸਬਜੈਕਟ ਪੜ੍ਹ। ਪਰ ਕਦੇ ਨੋਟ ਕੀਤਾ ਹੈ, ਅੰਗਰੇਜ਼ੀ ਵਾਲੀ ਮੈਡਮ ਕਹਿੰਦੀ ਮੈਂ ਪੰਜਾਬੀ ਨਹੀਂ ਪੜ੍ਹਾ ਸਕਦੀ, ਮੈਥ ਵਾਲੀ ਟੀਚਰ ਆਖਦੀ ਹੈ ਹਿੰਦੀ ਮੇਰੇ ਵੱਸ ਦਾ ਕੰਮ ਨਹੀਂ ਹੈ। ਟੀਚਰਾਂ ਨੇ ਤੇ ਆਪਣੇ ਆਪਣੇ ਸਬਜੈਕਟ ਲੈ ਲਏ, ਇੱਕ ਭੋਲੇ ਜੇ ਬੱਚੇ ਤੇ ਸਾਰੇ ਮੜਤੇ। ਆਖੋ ਸਤਿਨਾਮ। ਐਡਾ ਵੱਡਾ ਸੀਨੀਅਰ ਪੜ੍ਹਿਆ ਟੀਚਰ ਉਹ ਸਾਰੇ ਸਬਜੈਕਟ ਨਹੀਂ ਪੜ੍ਹਾ ਸਕਦਾ, ਪਰ ਇੱਕ ਬੱਚਾ ਸਾਰੇ ਪੜ੍ਹ ਸਕਦਾ ਹੈ। ਤੇ ਫਿਰ ਡਿਪਰੈਸ਼ਨ ਕਿਉਂ ਨਹੀਂ ਹੋਣਾ? ਇੱਕ ਤੋਂ ਇੱਕ ਵੱਧ ਕੇ ਹੈਵੀ ਸਟੱਡੀ ਦਾ ਵੇਟ ਪਾਇਆ ਜਾਂਦਾ। ਵਿਦਿਆ ਉਸ ਹਿਸਾਬ ਨਾਲ ਹੋਵੇ ਜਿਸ ਹਿਸਾਬ ਨਾਲ ਬੱਚਾ ਸਮਝਦਾਰ ਹੋਵੇ। ਅੱਜ ਵਿਦਿਆ ਘੱਟ, ਦਿਖਾਵਾ ਜ਼ਿਆਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਹਿੰਦੇ ਪੁੱਤ ਮੈਂ ਪਾਧੇ ਕੋਲ ਜਾਂਦਾ ਸੀ, ਮੈਨੂੰ ਪਾਧੇ ਨੇ ਇੰਨਾ ਚੰਡਿਆ, ਇੰਨੀਆਂ ਸੋਟੀਆਂ ਮਾਰੀਆਂ, ਇੰਨਾ ਪੜ੍ਹਾਇਆ, ਵੇਖ ਪੜ੍ਹ ਕੇ ਮੈਂ ਪਟਵਾਰੀ ਲੱਗ ਗਿਆ। ਜੇ ਤੂੰ ਸੋਹਣਾ ਸੋਹਣਾ ਪੜ੍ਹ ਕੇ ਆਇਆ ਕਰੇਗਾ ਨਾ, ਪਾਧਾ ਜੀ ਤੈਨੂੰ ਬੜਾ ਮਾਣ ਸਤਿਕਾਰ ਦੇਣਗੇ, ਤੇ ਫਿਰ ਤੂੰ ਹਿਸਾਬ ਕਿਤਾਬ ਦਾ ਕੀੜਾ ਬਣ ਜਾਏਗਾ, ਹਿਸਾਬੀ ਕਿਤਾਬੀ ਹੋ ਜਾਏਗਾ। ਤੇ ਪਟਵਾਰਖਾਨਾ ਜਦੋਂ ਮੈਨੂੰ ਲੱਗਿਆ ਵੀ ਤੇਰੇ ਹੱਥਾਂ ਵਿੱਚ ਸੇਫ ਹੈ, ਮੈਂ ਤੈਨੂੰ ਮਾਲਕ ਬਣਾ ਦਿਆਂਗਾ ਤੇ ਮੈਂ ਛੱਡ ਦਿਆਂਗਾ ਕੰਮ, ਸਾਰੀ ਜ਼ਿੰਦਗੀ ਕਰ ਲਈ। ਗੁਰੂ ਸਾਹਿਬ ਸੁਣ ਕੇ ਹੱਸੀ ਜਾਣ, ਬਾਪੂ ਗੱਲਾਂ ਕਿਹੜੀਆਂ ਕਰਦੇ ਆ, ਜਿਹਨੇ ਸ੍ਰਿਸ਼ਟੀ ਚਲਾਉਣੀ ਆ ਨਾ। ਤੇ ਬਾਪੂ ਕਹਿੰਦਾ ਪੁੱਤ ਪਟਵਾਰਖਾਨਾ ਚਲਾ। ਕਿਤੇ ਨਾ ਕਿਤੇ ਦੁਨਿਆਵੀ ਸੋਚ ਹੈ, ਪਰ ਉਹ ਤੇ ਆਪ ਜਗਤ ਦੇ ਮਾਲਕ ਨੇ। ਗੁਰੂ ਸਾਹਿਬ ਜੀ ਨੇ ਮਨਾ ਨਹੀਂ ਕੀਤਾ, ਜਵਾਬ ਨਹੀਂ ਦਿੱਤਾ। ਠੀਕ ਹੈ ਪਿਤਾ ਜੀ, ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਵਾਂਗ ਵਿਦਿਆ ਸਿੱਖਣ ਦੀ। ਬਹੁ ਗੁਣੀ ਅਲਗ ਹੈ ਸੁਤ ਪੜਾਵੇ ਸੋ ਸਤਰੂ ਸਮਤਾਤ। ਪਿਤਾ ਜੀ ਇੰਨਾ ਪ੍ਰੈਸ਼ਰਾਈਜ਼ ਕਿਉਂ ਕਰਦੇ ਆ? ਕਿਉਂਕਿ ਧਾਰਮਿਕ ਸ਼ਾਸਤਰ ਲਿਖਦੇ ਨੇ, ਇੱਥੇ ਕਵੀ ਜੀ ਨੇ ਵੀ ਬਿਆਨ ਕੀਤਾ ਹੈ, ਬਹੁ ਗੁਣੀ ਅਲਾਵੈ ਸੁਤ ਨਾ ਪੜਾਵੈ ਸੋ ਸਤਰੂ ਸਮਤਾਤ। ਕਹਿੰਦੇ ਬਾਪੂ ਆਪਣੇ ਆਪ ਨੂੰ ਤੇ ਗੁਣੀ ਦੱਸਦਾ ਹੈ, ਪਰ ਪੁੱਤ ਨੂੰ ਪੜਾਉਂਦੇ ਨਹੀਂ। ਕਹਿੰਦੇ ਉਹ ਪਿਓ ਕਿਹੋ ਜਿਹਾ ਹੈ? ਸੋ ਸਤਰੂ ਸਮਤਾਤ। ਕਹਿੰਦੇ ਉਹ ਬਾਪ ਨਹੀਂ, ਉਹ ਦੁਸ਼ਮਣ ਹੈ ਜੋ ਆਪਣੀ ਔਲਾਦ ਨੂੰ ਚੰਗੀ ਵਿਦਿਆ ਤੇ ਸੰਸਕਾਰ ਨਹੀਂ ਦੇ ਸਕਦਾ। ਪਿਤਾ ਜੀ ਕਿਤੇ ਨਾ ਕਿਤੇ ਸੋਚਦੇ ਆ, ਇਹ ਗੱਲਾਂ ਪ੍ਰਚਲਿਤ ਸੀ ਉਹਨਾਂ ਸਮਿਆਂ 'ਚ। ਕੌਣ ਕਹਿੰਦਾ ਜ਼ਮਾਨਾ ਅਨਪੜ੍ਹ ਹੈ? ਜ਼ਿਆਦਾਤਰ ਅਸੀਂ ਕਹਿੰਦੇ ਰਹਿੰਦੇ ਆ ਨਾ, ਪੁਰਾਣੇ ਬਜ਼ੁਰਗਾਂ ਨੂੰ ਇਹ ਅਨਪੜ੍ਹ ਸੀ, ਅਨਪੜ੍ਹ ਕੋਈ ਨਹੀਂ ਭਾਈ। ਬਸ ਸਟੱਡੀ ਦੇ ਪੈਰਾਮੀਟਰ ਹੀ ਇਹੋ ਜਿਹੇ ਸੀ, ਕੋਈ 4 ਕਲਾਸਾਂ ਪੜ੍ਹਿਆ ਆ, ਕੋਈ 5 ਪੜ੍ਹਿਆ ਆ। ਅੱਜ ਵੀ ਵੇਖ ਲਓ, ਉਦੋਂ ਦੀਆਂ 10ਵੀਆਂ ਕੀਤੀਆਂ ਲੋਕ ਚੰਗੀਆਂ ਨੌਕਰੀਆਂ ਤੇ ਲੱਗੇ, ਤੇ ਹੁਣ ਵਾਲੇ PhD ਕਰੀ ਫਿਰਦੇ ਆ, ਗੱਡੀ ਸਟਾਰਟ ਕਰਨੀ ਨਹੀਂ, ਫੋਨ ਚਲਾਉਣੀ ਨਹੀਂ। ਸਮੇਂ ਦਾ ਫਰਕ ਹੈ। ਜਿਹੜੀ ਪੜ੍ਹਾਈ ਅੱਜ ਚੱਲਦੀ, ਆਉਣ ਵਾਲੇ 15 ਸਾਲਾਂ ਬਾਅਦ ਇਹ ਸਿਲੇਬਸ ਦਾ ਲੋਕੀ ਮਜ਼ਾਕ ਉਡਾਇਆ ਕਰਨਗੇ, ਭਾਵੇਂ CBSE ਹੈ ਭਾਵੇਂ ICSE ਹੈ। ਜੋ ਅੱਜ ਹੈ ਨਾ, ਆਉਣ ਵਾਲੇ 15 ਸਾਲਾਂ ਬਾਅਦ ਲੋਕੀ ਹੱਸਿਆ ਕਰਨਗੇ, ਲੈ ਤੁਹਾਡੀ ਇੱਥੇ ਪੁਰਾਣੀ ਦੀ ਪੜ੍ਹਾਈ, ਤੁਸੀਂ ਤਾਂ ਅੱਧੇ ਅਨਪੜ੍ਹ ਹੋ। ਜਿਵੇਂ ਪੁਰਾਣੇ ਸਮੇਂ ਦੀ ਕਿਸੇ ਨੇ MA ਕੀਤੀ ਹੈ, ਸੰਨ 70 ਦੀ, 80 ਦੀ, 90 ਦੀ, ਤੇ ਅੱਜ ਦੀ ਕੋਈ +2 ਕਰੀ ਫਿਰਦਾ ਬੰਦਾ, ਉਹਦੇ ਸਾਹਮਣੇ ਚੁੱਪ ਜਾ ਰਹਿੰਦਾ, ਛੱਡ ਯਾਰ ਬੇਇੱਜ਼ਤੀ ਜੀ ਹੋਈ ਹੈ। ਨਵੇਂ ਸ਼ਬਦ ਵਰਤਦੇ ਅੰਗਰੇਜ਼ੀ ਦੇ, ਫੀਲ ਹੁੰਦਾ ਨਾ। ਤੇ ਵਿਦਿਆ ਹਮੇਸ਼ਾ ਬਦਲਦੀ ਰਹਿੰਦੀ ਹੈ, ਉਤਰਾਵ ਚੜਾਵ ਆਉਂਦੇ ਰਹਿੰਦੇ। ਹੁਣ ਪਿਤਾ ਨੇ ਜੋ ਪੜ੍ਹਿਆ ਸੀ, ਉਮੀਦ ਆਪਣੇ ਪੁੱਤਰ ਤੋਂ ਰੱਖਦੇ ਆ ਵੀ ਮੈਂ ਪਟਵਾਰਖਾਨੇ ਦੀ ਵਿਦਿਆ 2 ਸਾਲਾਂ 'ਚ ਹੀ ਸਿੱਖ ਲਈ, ਤੇ ਨਾਨਕ ਨੇ ਸਿੱਖ ਲੈਣੀ 1 ਸਾਲ 'ਚ। ਫਰਕ ਤੇ ਪਿਆ ਨਾ ਪੈਰਾਮੀਟਰ ਦਾ। ਤੇ ਗੁਰੂ ਸਾਹਿਬ ਸੁਣੀ ਜਾਣ। ਪਿਤਾ ਕਹਿੰਦਾ ਪੁੱਤਰ, ਜਿੰਨਾ ਹਿਸਾਬ ਕਿਤਾਬ ਤੇਜ਼ ਹੋਏਗਾ, ਓਨਾ ਕੰਮ ਤੇਰਾ ਮਿੰਟਾਂ ਸਕਿੰਟਾਂ ਦਾ ਹੋਏਗਾ। ਮੁਨੀਮੀ ਸਿੱਖਣੀ ਹੈ, ਪ੍ਰੋਪਰ ਵਿਦਿਆ ਹੋਵੇ ਤੇ। ਗੁਰੂ ਸਾਹਿਬ ਕਹਿੰਦੇ ਠੀਕ ਹੈ ਪਿਤਾ ਜੀ, ਮੈਂ ਪਾਧੇ ਕੋਲ ਵੀ ਜਾਊਂ, ਗੱਲ ਵੀ ਮੰਨਿਆ ਕਰੂ ਉਹਨਾਂ ਦੀ, ਜੋ ਕਹਿਣਗੇ ਮੈਂ ਪੜ੍ਹ ਕੇ ਵੀ ਆਇਆ ਕਰੂੰ, ਪਰ ਮੈਨੂੰ ਨਹੀਂ ਪਤਾ ਪਾਠਸ਼ਾਲਾ ਕਿਹੋ ਜਿਹੀ ਹੁੰਦੀ ਹੈ। ਪਿਤਾ ਕਹਿੰਦੇ ਪੁੱਤ, ਜਦ ਤੂੰ ਪੜ੍ਹਿਆ ਕਰੇਗਾ ਨਾ, ਚੰਗੀਆਂ ਗੱਲਾਂ ਸਿੱਖੇਗਾ, ਤੇ ਪਾਧਾ ਜੀ ਤੈਨੂੰ ਬੜਾ ਪਿਆਰ ਕਰਿਆ ਕਰਨਗੇ। ਹਿਸਾਬ ਕਿਤਾਬ ਸਿੱਖਣਾ ਹੈ, ਵੇਖੀ ਤੂੰ ਕਾਲੂ ਦਾ ਪੁੱਤ ਹੈ, ਪਟਵਾਰੀ ਦਾ ਪੁੱਤ ਹੈ, ਲਾਜ ਨਾ ਲਾਹੀਂ।
ਸੱਚੀ ਇਹ ਚੀਜ਼ਾਂ ਬੱਚਿਆਂ ਨੂੰ ਤੋੜ ਦਿੰਦੀਆਂ ਨੇ। ਅੱਜ ਦੇ ਸਮੇਂ ਕੋਈ ਬਹੁਤਾ ਪੜ੍ਹਿਆ ਹੋਵੇਗਾ, ਉਹ ਆਪਣੇ ਜਵਾਕਾਂ ਨੂੰ ਇਹੀ ਆਖੀ ਜਾਏ, ਵੇਖ ਮੈਂ ਏਡੀ ਵੱਡੀ ਸਰਕਾਰੀ ਨੌਕਰੀ ਤੇ ਲੱਗ ਗਿਆ, ਤੂੰ ਡੱਕਾ ਡੁੱਕਾ ਤੋੜ ਲਿਆ ਕਰ। ਕਿਤੇ ਨਾ ਕਿਤੇ ਬੱਚਾ ਪ੍ਰੈਸ਼ਰਾਈਜ਼ ਇੰਨਾ ਹੋ ਜਾਂਦਾ, ਕਹਿੰਦਾ ਨਹੀਂ ਮੈਂ ਨਹੀਂ ਕਰ ਸਕਦਾ, ਮੇਰੇ ਵੱਸ ਦਾ ਸਮਾਂ ਨਹੀਂ ਹੈ। ਤੁਹਾਡੇ ਵਕਤ 'ਚ ਹੋ ਗਿਆ, ਸਿਫਾਰਿਸ਼ਾਂ ਚੱਲ ਗਈਆਂ, ਹੁਣ ਕੌਣ ਪੁੱਛਦਾ ਹੈ? ਡਿਗਰੀਆਂ ਹੱਥਾਂ 'ਚ ਰਹਿ ਗਈਆਂ, ਪੈਸੇ ਵਾਲੇ ਨੌਕਰੀ 'ਚ ਕੀ ਮਿਲੇਗਾ? ਕਦੇ ਪ੍ਰੈਸ਼ਰਾਈਜ਼ ਨਾ। ਜਿਹਨੂੰ ਹੁਣ ਤੱਕ ਸਮਝ ਨਾ ਆਈ ਮੈਂ ਪੜ੍ਹਨਾ ਹੈ, ਪੜ੍ਹ ਕੇ ਮੇਰਾ ਕੁਝ ਬਣੂਗਾ, ਤੁਹਾਡੇ ਧੱਕੇ ਤੋਂ ਪੜ੍ਹਾਇਆ ਕੀ ਬਣਨਾ? ਬਸ ਉਹ ਪੜ੍ਹਿਆ ਨਾ ਪੜ੍ਹਿਆ ਇੱਕ ਬਰਾਬਰ ਹੁੰਦਾ। ਪਿਤਾ ਜੀ ਬਾਰ-ਬਾਰ ਕਹਿੰਦੇ ਆ, ਪੁੱਤਰ ਜੇ ਮੈਂ ਤੈਨੂੰ ਨਾ ਪੜ੍ਹਾਇਆ ਮੈਂ ਤੇ ਦੁਸ਼ਮਣ ਆ ਤੇਰਾ, ਜੋ ਬੱਚੇ ਨੂੰ ਵਿਦਿਆ ਨਾ ਦੇ। ਤੇ ਗੁਰੂ ਸਾਹਿਬ ਦਾ ਇਹਨਾਂ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੈ। ਪਰ ਬਾਪੂ ਚਾਹੁੰਦਾ ਮੈਂ ਆਪਣੇ ਪੁੱਤ ਨੂੰ ਤੋਤਾ ਰੱਟ ਸਿਖਾ ਦਿਆਂ, ਵੀ ਜੋ ਜੋ ਗੱਲਾਂ ਮੈਂ ਆਖਾਂ ਇਹ ਉਹਨਾਂ ਨੂੰ ਜ਼ਿੰਦਗੀ ਵਿੱਚ ਯਾਦ ਰੱਖੇ। ਸੋਭਾ ਨਹਿ ਪਾਵੇਂ ਮਤ ਨਹਿ ਆਵੇਂ, ਜਗ ਮੈਂ ਏ ਬਖਿਆਤ। ਸ਼ਾਸਤਰ ਲਿਖਦੇ ਨੇ ਸ਼ੋਭ ਨਾ ਪਾਵੈ ਮਤ ਨਹਿ ਆਵੈ। ਕਹਿੰਦੇ ਸ਼ੋਭਾ ਸਮਾਜ ਵਿੱਚ ਨਹੀਂ ਹੈ, ਜਗ ਮੈਂ ਇਹ ਬਖਿਆਤ। ਕਹਿੰਦੇ ਦੁਨੀਆ ਵਿੱਚ ਬਖਿਆਨ ਹੈ ਭਾਈ, ਪਿਤਾ ਪੜ੍ਹਿਆ ਹੋਵੇ ਤੇ ਪੁੱਤ ਅਨਪੜ੍ਹ ਹੋਵੇ, ਬਦਨਾਮੀ ਦਾ ਕਾਰਨ ਹੈ। ਇਹ ਤੇ ਹੋ ਸਕਦਾ ਹੈ ਮਾਂ-ਬਾਪ ਅਨਪੜ੍ਹ ਹੋਣ ਤੇ ਬੱਚੇ ਪੜ੍ਹੇ ਲਿਖੇ ਹੋਣ, ਪਰ ਇਹਦਾ ਮਤਲਬ ਇਹ ਨਹੀਂ ਵੀ 4 ਕਿਤਾਬਾਂ ਅਸੀਂ ਪੜ੍ਹ ਗਏ ਤੇ ਅਸੀਂ ਸਿਆਣੇ ਹੋ ਗਏ ਤੇ ਮਾਂ-ਬਾਪ ਮੂਰਖ ਨੇ। ਕਦੇ ਨਹੀਂ ਸੋਚਿਆ ਵੀ ਜਿਹੜੀ ਵਿੱਦਿਆ ਅੱਜ ਅਸੀਂ ਚੁੱਕੀ ਫਿਰਦੇ ਆ ਨਾ, ਜਿਹੜੀ ਪੜ੍ਹਾਈ ਸਾਡੇ ਕੋਲੇ ਹੈ, ਇਹਨਾਂ ਅਨਪੜ੍ਹਾਂ ਦੀ ਕਿਰਪਾ ਨਾਲ ਹੈ। ਜੇ ਲਾਉਂਦੇ ਹੀ ਨਾ ਕਿਤੇ, ਸਾਨੂੰ ਪੜ੍ਹਾਉਂਦੇ ਹੀ ਨਾ ਕਿਤੇ, ਟਿਊਸ਼ਨਾਂ ਤੇ ਨਾਂ ਲੈ ਕੇ ਜਾਂਦੇ ਤੇ ਤੁਸੀਂ ਕਿਹੜੇ ਡੀਸੀ ਲੱਗ ਜਾਣਾ ਸੀ। ਪਰ ਉਹ ਬੰਦਾ ਪੜ੍ਹ ਲਿਖ ਕੇ ਮਾਂ-ਬਾਪ ਦੀ ਅੱਜ ਕਦਰ ਨਹੀਂ ਕਰਦਾ, ਕਿਉਂਕਿ ਵਿੱਦਿਆ ਸਾਡੀ ਨੇ ਸਾਨੂੰ ਇੰਨਾ ਹੰਕਾਰ ਦੇਤਾ, ਮੈਨੂੰ ਲੱਗਦਾ ਵੀ ਮੈਥੋਂ ਵੱਧ ਨੌਲੇਜ ਨਹੀਂ ਕਿਸੇ ਕੋਲ। ਜੋ ਮੈਂ ਪੜ੍ਹਿਆ ਬਸ ਉਹੀ ਕਰੈਕਟ ਹੈ, ਇਹ ਤੋਂ ਉੱਪਰ ਕੁਛ ਨਹੀਂ, ਸੋਧ ਨਹੀਂ ਹੋ ਸਕਦੀ, ਅਮੈਂਡਮੈਂਟ ਨਹੀਂ ਹੋ ਸਕਦੀ। ਬਸ ਇਹ ਫਰਕ ਪੈਂਦਾ। ਹੁਣ ਪਿਤਾ ਦੀਆਂ ਗੱਲਾਂ ਸੀ, ਕਹਿੰਦੇ ਪੁੱਤ ਮੈਂ ਦੁਸ਼ਮਣ ਨਹੀਂ ਬਣਨਾ, ਮੈਂ ਤੇ ਤੈਨੂੰ ਆਪਣੇ ਤੋਂ ਵੱਡਾ ਰੁਤਬਾ ਦਿਵਾਉਣਾ। ਹੁਣ ਇਹ ਕੀ ਹੈ? ਬਾਪੂ ਦੀ ਸੋਚ ਹੈ ਮੈਂ ਪਟਵਾਰੀ ਤੇ ਪੁੱਤ ਪਟਵਾਰੀ। ਜ਼ਰੂਰੀ ਥੋੜਾ ਹੈ ਜੇ ਬਾਪ ਡਾਕਟਰ ਆ ਤੇ ਪੁੱਤ ਵੀ ਡਾਕਟਰ ਹੋਏਗਾ, ਜੇ ਪਿਤਾ ਜੱਜ ਆ ਤੇ ਪੁੱਤ ਐਡਵੋਕੇਟ ਹੋਵੇ, ਵਕੀਲ ਹੋਵੇ। ਜ਼ਰੂਰੀ ਨਹੀਂ ਹੁੰਦਾ, ਕਿਤੇ ਕਿਤੇ ਹੋ ਜਾਂਦਾ ਹੈ, ਪਰ ਹਰ ਬੰਦੇ ਦੀ ਆਪਣੀ ਚੁਆਇਸ ਹੁੰਦੀ ਹੈ। ਪਿਤਾ ਨੇ ਕਦੇ ਨਹੀਂ ਵੇਖਿਆ ਵੀ ਨਾਨਕ ਪਟਵਾਰਖਾਨਾ ਸੰਭਾਲ ਸਕਦਾ ਕਿ ਨਹੀਂ। ਜਿਹਨੂੰ ਲੋਕ ਕਹਿੰਦੇ ਬੋਲਦਾ ਬੜਾ ਸੋਹਣਾ ਹੈ, ਇਹ ਬੜੇ ਭੋਲੇ ਸੁਭਾਅ ਦਾ ਹੈ, ਇਹਦੇ ਅੰਦਰ ਚਲਾਕੀ ਕੋਈ ਨਹੀਂ, ਤੇ ਬਾਪੂ ਕਹਿੰਦਾ ਤੈਨੂੰ ਹਿਸਾਬ ਕਿਤਾਬ ਸਿਖਾ ਕੇ ਤੈਨੂੰ ਇੰਨਾ ਤੇਜ਼ ਤਰਾਰ ਕਰ ਦੇਣਾ ਹੈ ਵੀ ਲੋਕਾਂ 'ਚ ਤੇਰਾ ਰੁਤਬਾ ਬਣ ਜਾਏਗਾ। ਪਰ ਗੁਰੂ ਸਾਹਿਬ ਸੁਣਦੇ ਗਏ ਵੀ ਮੈਂ ਬਾਪੂ ਨਾਲ ਕਾਹਨੂੰ ਬਹਿਸ ਕਰਨੀ ਹੈ। ਜੇ ਸਤਿਗੁਰਾਂ ਨੇ ਕਹਿਤਾ ਵੀ ਮੈਂ ਨਹੀਂ ਪੜ੍ਹਨਾ, ਦੋਸ਼ੀ ਬਣ ਗਏ ਨਾ। ਮਾਂ ਬਾਪ ਨੇ ਕਹਿਣਾ ਅਸੀਂ ਪੜ੍ਹਾਉਂਦੇ ਸੀ, ਇਹ ਪੜ੍ਹਦਾ ਨਹੀਂ ਹੈ। ਮਾਂ ਵੀ ਕੋਲੇ ਆਈ ਮਾਂ ਤ੍ਰਿਪਤਾ, ਕਹਿੰਦੇ ਪੁੱਤ ਸਵੇਰ ਹੁੰਦੇ ਆ ਪਿਤਾ ਜੀ ਦੇ ਨਾਲ ਜਾਇਓ। ਨਹੀਂ ਦਰਬ ਖਟਾਉ ਹੋਰ ਸੁਭਾਉ, ਸਮਝਣ ਨਾ ਕੋ ਬਿਦ ਸੋਈ। ਪਰ ਪਿਤਾ ਦਾ ਅਗਲਾ ਬਚਨ ਸੀ, ਪੁੱਤਰ ਹੁਣ ਮੈਂ ਤੇਰੇ ਤੇ ਪੈਸੇ ਲਾਉਣੇ ਆ, ਮੁੜ ਕੇ ਤੂੰ ਪੈਸੇ ਕਮਾਉਣੇ ਆ। ਅੱਜ ਵੀ ਤੇ ਲੋਕ ਬੱਚੇ ਪੜ੍ਹਾਉਂਦੇ ਥੋੜੀ ਇਨਵੈਸਟਮੈਂਟ ਕਰਦੇ ਆ ਜੀ। ਦੇਖ ਪੁੱਤ ਤੈਨੂੰ PhD ਕਰਾਉਣ ਲੱਗਾ, ਤੈਨੂੰ ਆਹ ਕੋਰਸ ਕਰਾਉਣ ਲੱਗਾ, ਤੇਥੋਂ ਆ ਡਿਗਰੀ ਕਰਾਈ ਆ, ਤੇਰੇ ਤੇ 5 ਲੱਖ ਲਾਤਾ, ਤੇਰੇ ਤੇ 20 ਲੱਖ ਲਾਤਾ। ਉਹ ਬਾਰ-ਬਾਰ ਕਿਉਂ ਸੁਣਾਉਂਦੇ ਆ ਵੀ 20 ਲਾਇਆ, ਹੁਣ 20 ਦਾ 40 ਮੋੜ ਪੈਸੇ ਦਿਆ ਕਰ, ਕਰੇ ਤਨਖਾਹ ਦੇ, ਦੇਖ ਤੇਰੇ ਤੇ ਪੈਸੇ ਲਾ ਕੇ ਤੈਨੂੰ ਵਿਦੇਸ਼ ਭੇਜੇਗਾ, ਤੇਰੀ ਹੁਣ PR ਹੋ ਗਈ ਹੈ, ਪੈਸੇ ਪੂਸੇ ਭੇਜੇਗਾ। ਅੰਦਰ ਤੇ ਇਹੀ ਹੈ ਸੈੱਟ ਹੋਊਗਾ, ਸਾਨੂੰ ਬੁਲਾ ਲੂਗਾ ਤੇ ਸਾਡੇ ਲਈ ਕੁਛ ਕਰ ਦੇਗਾ। ਅਸੀਂ ਸੋਚਦੇ ਆ 1 ਕਿੱਲਾ ਵਿਕ ਜੂ ਤਾਂ ਕੀ ਹੋਇਆ, ਕੱਲ ਨੂੰ ਪੁੱਤ ਪੱਕਾ ਹੋ ਜੂਗਾ ਤੇ ਸਾਨੂੰ 20 ਕਿੱਲੇ ਲੈ ਲੂਗਾ। ਇਨਵੈਸਟਮੈਂਟ ਲਾਈ ਹੋਈ। ਪਰ ਹਾਂ ਕਿਤੇ ਸੋਚਿਆ ਹੁੰਦਾ ਪੈਸਿਆਂ ਦਾ ਕੀ ਹੈ, 20 ਛੱਡ 50 ਲੱਖ ਲੱਗ ਜੇ, ਪਰ ਮੇਰੇ ਬੱਚੇ ਸੰਸਕਾਰੀ ਹੋਣ, ਚੰਗੇ ਗੁਣਾਂ ਵਾਲੇ ਹੋਣ, ਇਹਨਾਂ ਨੂੰ ਆਪਣੇ ਬਗਾਨੇ ਦਾ ਪਤਾ ਹੋਵੇ, ਇੱਜ਼ਤ ਕਰਨ ਦਾ ਪਤਾ ਹੋਵੇ। ਘਰ ਆਏ ਮਨੁੱਖ ਆਖੇ ਕੋਈ ਨਹੀਂ ਤੇਰੀ ਕੋਠੀ ਵੱਡੀ ਨਹੀਂ ਤਾਂ ਕੀ ਹੋਇਆ, ਭਾਈ ਤੇਰੇ ਪੁੱਤ ਧੀ ਜਿਹੜੀ ਇੱਜ਼ਤ ਕਰਦੇ ਆ ਨਾ, ਮੈਂ ਬਹੁਤ ਖੁਸ਼ ਹਾਂ। ਮੈਂ ਤੇ ਉਹਨਾਂ ਦਾ ਪਾਣੀ ਪੀ ਕੇ ਵੀ ਦੁੱਧ ਦਾ ਸਵਾਦ ਆਉਂਦਾ ਹੈ। ਕਿਤੇ ਹੋਵੇ ਤੇ ਸਾਡੀ ਵਿਦਿਆ ਕੀ ਹੈ, ਮਾਂ ਬਾਪ ਨੂੰ ਕੋਈ ਮਿਲਣਾ ਆਉਂਦਾ ਹੈ, ਪੁੱਤ ਫੋਨ ਲਾ ਕੇ ਬਾਹਰ ਲੰਘ ਜਾਂਦਾ ਹੈ। ਧੀ ਹੈ ਉਹ ਕਮਰੇ ਜਾ ਵੜਦੀ ਹੈ ਤੇ ਮਾਪੇ ਵਿਚਾਰੇ ਬਾਜਾਂ ਮਾਰਦੇ, ਧੀਏ ਚਾਹ ਬਣਾਇਆ, ਅੰਕਲ ਜੀ ਆਏ ਆ, ਪਾਣੀ ਲੈ ਆਇਆ। ਹੁਣ ਕੀ ਬਣੂਗਾ? ਕਿਤੇ ਨਾ ਕਿਤੇ ਅੰਦਰੋਂ ਗੁੱਸੇ 'ਚ ਖੜੇ ਹੁੰਦੇ ਆ
ਵੀ ਆ ਵੀ ਲੋਕਾਂ ਚਾਰੂ ਕੰਮ ਵਾਲਾ ਰੱਖੋ, ਕੋਈ ਸਾਨੂੰ ਕਿਉਂ ਨਹੀਂ ਸੀ। ਇਹ ਵਿਦਿਆ ਦੀ ਜਿਹਨੇ ਵਖਰੇਵੇਂ ਪਾਦੇ ਆ, ਜਦ ਕਿ ਵਿਦਿਆ ਨੇ ਸੰਸਕਾਰੀ ਬਣਾਉਣਾ ਸੀ। ਇੱਥੇ ਵਿਦਿਆ ਦਾ ਕਸੂਰ ਨਹੀਂ ਹੈ, ਕਸੂਰ ਪੜਾਉਣ ਵਾਲਿਆਂ ਦਾ ਸੀ, ਜਿਨ੍ਹਾਂ ਪ੍ਰੈਸ਼ਰਾਈਜ਼ ਕਰ ਕਰਕੇ ਪੜਾਇਆ। ਤੂੰ ਆਹ ਕਰ, ਤੂੰ ਆਹ ਕਰ, ਤੂੰ ਇੱਥੇ ਜਾਏਗਾ। ਮੈਂ ਕਹਿੰਦਾ ਪੰਜਾਬ ਦੀ ਧਰਤੀ ਤੇ ਲੱਖਾਂ ਨੌਜਵਾਨ ਤੁਰੇ ਫਿਰਦੇ ਆ, ਵੱਡੇ ਵੱਡੇ ਇੰਜੀਨੀਅਰ, ਕੋਈ ਦਿਹਾੜੀ ਤੇ ਨਹੀਂ ਰੱਖਦਾ, PhD ਕਰੀ ਫਿਰਦੇ ਆ। ਕੋਈ ਖੇਤਾਂ 'ਚ ਪੈਰ ਪਾਉਣ ਨਹੀਂ ਦਿੰਦਾ, ਕਿਉਂ? ਸਿਰਫ ਪੈਸਾ ਲਾਇਆ ਸੀ, ਪੜ੍ਹਾਈ ਕਰਾਈ ਸੀ, ਉਹ ਕਿਸੇ ਕੰਮ ਨਹੀਂ ਆਈ। ਜੇ ਕਿਤੇ ਹੁਨਰ ਵੀ ਹੁੰਦਾ ਨਾਲ, ਕੁਝ ਚੰਗੀਆਂ ਗੱਲਾਂ ਵੀ ਹੁੰਦੀਆਂ, ਬੜਾ ਕੁਝ ਹੁੰਦਾ, ਪਰ ਪਿਤਾ ਤੇ ਇੱਕੋ ਗੱਲ ਕਹਿੰਦੇ, ਪੁੱਤ ਮੈਂ ਪਾਧੇ ਨੂੰ ਮਾਇਆ ਜ਼ਿਆਦਾ ਦੇਣੀ ਹੈ। ਹੁਣ ਦੱਸੋ ਜੀ ਇਹਨਾਂ ਗੱਲਾਂ ਦਾ ਕੀ ਪ੍ਰਭਾਵ ਜਾਏਗਾ? ਪੁੱਤ ਦੇ ਉੱਤੇ ਸਮਝੋ ਪਿਤਾ ਅਹਿਸਾਨ ਕਰਦਾ ਹੈ ਵੀ ਮੈਂ ਪੜ੍ਹਾਉਣ ਲੱਗਿਆ। ਤੇ ਸੱਚੀ ਅੱਗੇ ਜਵਾਕ ਦੱਬਦੇ ਰਹਿੰਦੇ ਸੀ। ਅੱਜ ਕਿਸੇ ਨੂੰ ਆਖੋ ਮੈਂ ਤੇਰੇ ਤੇ ਇੰਨੇ ਪੈਸੇ ਲਾਏ, ਮੈਂ ਤੇਰਾ, ਅਗਲਾ ਕਹਿੰਦਾ ਅਸੀਂ ਕਿਹਾ ਸੀ ਤੈਨੂੰ? ਕਿਹਨੇ ਕਿਹਾ ਸੀ ਤੈਨੂੰ ਸਾਨੂੰ PhD ਕਰਾ? ਕਿਹਨੇ ਕਿਹਾ ਸੀ ਲੱਖਾਂ ਲਾ? ਆਪਣੀ ਲੋੜ ਨੂੰ ਲਾਏ ਆ, ਸਾਡੇ ਲਈ ਕੀਤਾ। ਤੇ ਫਿਰ ਬੰਦਾ ਨਾ ਅੰਦਰੋਂ ਅੰਦਰ ਘੁਣੀ ਜਾਂਦਾ ਵੀ ਮੈਂ ਇੰਨਾ ਖਰਚਾ ਕਰਤਾ, ਇਹ ਇੱਜ਼ਤ ਨਹੀਂ ਕਰਦੇ। ਭਾਈ ਖਰਚਾ ਕਰੋ, ਲੱਖਾਂ ਦਾ ਕਰੋ, ਕਰੋੜਾਂ ਦਾ ਵੀ ਕਰ ਲਓ, ਪਰ ਤਾਨੇ ਮਿਹਣੇ ਨਾ ਕਰੋ। ਇਹ ਚੀਜ਼ਾਂ ਕਰੀ ਕਰਾਈ ਤੇ ਪਾਣੀ ਫੇਰ ਦਿੰਦੀਆਂ ਨੇ। ਗੁਰੂ ਸਾਹਿਬ ਅਜੇ ਸਕੂਲ ਨਹੀਂ ਗਏ, ਪਾਠਸ਼ਾਲਾ ਨਹੀਂ ਗਏ, ਪਿਤਾ ਪਹਿਲਾਂ ਹੀ ਮਾਇਆ ਦੇ ਫਾਇਦੇ ਦੱਸ ਰਹੇ ਨੇ। ਕਿਉਂ ਹਿਰਦੈ ਵਿਚਾਰ ਕਲ ਪੁਨ ਸਾਰ, ਲੈ ਜਾਵੋ ਸੁਤ ਕੋਈ। ਆਖਰਕਾਰ ਬਾਪੂ ਕਲਿਆਣ ਚੰਦ ਨੇ ਆਪਣਾ ਪੁੱਤ ਮਨਾ ਹੀ ਲਿਆ। ਕਹਿੰਦੇ ਸਵੇਰੇ ਸਵੇਰੇ ਸੂਰਜ ਚੜੂ, ਪੁੱਤ ਤੈਨੂੰ ਲੈ ਕੇ ਚੱਲਾਂਗਾ, ਖੁਸ਼ ਹੋ ਕੇ ਜਾਈਂ, ਰੋਣਾ ਨਹੀਂ। ਕਿਉਂਕਿ ਅਕਸਰ ਬੱਚੇ ਸਕੂਲ ਜਾਂਦੇ ਆ, ਪਹਿਲੇ ਦਿਨ ਵਾਹਵਾ ਦੱਸਦੇ ਆ, ਫੜ ਫੜ ਕੇ ਰੱਖਣੇ ਪੈਂਦੇ ਆ, ਭੱਜੇ ਆਉਂਦੇ ਘਰਾਂ ਨੂੰ। ਪਰ ਉਹ ਆਪਣੇ ਪੁੱਤ ਨੂੰ ਕਹਿੰਦੇ, ਪੁੱਤ ਲੋਕ ਕਹਿੰਦੇ ਤੂੰ ਸਿਆਣਾ, ਵੇਖੀ ਕਿਤੇ ਸਵੇਰੇ ਚੀਕ ਚਹਾੜਾ ਪਾ ਦੇ ਵੀ ਮੈਂ ਨਹੀਂ ਪੜ੍ਹਨਾ, ਮੈਂ ਨਹੀਂ ਰਹਿਣਾ। ਗੁਰੂ ਸਾਹਿਬ ਕਹਿੰਦੇ ਨਹੀਂ ਪਿਤਾ ਜੀ ਮੈਂ ਪੜ੍ਹਾਉਂਗਾ, ਬਸ ਮਾਤਾ ਜੀ ਨੂੰ ਕਹਿ ਦਿਓ ਮੈਨੂੰ ਪਿਆਰ ਨਾਲ ਪੜ੍ਹਾਇਆ ਕਰਿਓ। ਪਿਤਾ ਕਹਿੰਦੇ ਠੀਕ ਆ। ਬੜਾ ਪਿਆਰ ਕੀਤਾ, ਬੜਾ ਲਾਡ ਲੜਾਇਆ, ਸ਼ਾਮ ਦਾ ਭੋਜਨ ਇਕੱਠਿਆਂ ਕੀਤਾ ਏ। ਜਬ ਭੀ ਪ੍ਰਭਾਤਾ ਲੈ ਕਰ ਤਤਾ, ਚਲਨੇ ਭਇਓ ਤਿਆਰ। ਰਾਤ ਬਤੀਤ ਹੋਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਮਾਂ ਨੇ ਆਪਣਾ ਪੁੱਤ ਠਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਤੋਂ ਪਹਿਲਾਂ ਖੂਹ ਤੇ ਇਸ਼ਨਾਨ ਕੀਤਾ, ਉਹਨਾਂ ਨੇ ਸੋਹਣੇ ਜਿਹੇ ਪਾਲੇ ਕੱਪੜੇ। ਮਾਤਾ ਨੇ ਆਪਣੇ ਪੁੱਤ ਨੂੰ ਲਾਡਾਂ ਚਾਵਾਂ ਨਾਲ ਤਿਆਰ ਕੀਤਾ। ਪਹਿਲਾ ਦਿਨ ਹਰ ਮਾਂ ਨੂੰ ਬੱਚਿਆਂ ਦਾ ਨਹੀਂ ਭੁੱਲਦਾ ਹੁੰਦਾ। ਪਿਤਾ ਵੀ ਬੜਾ ਖੁਸ਼, ਅੱਜ ਮੇਰਾ ਪੁੱਤ ਪੜ੍ਹਨ ਚੱਲਿਆ। ਬਸ ਉਹ ਦਿਨ ਹੀ ਜ਼ਿੰਦਗੀ ਦਾ ਵੱਡਾ ਹੁੰਦਾ ਜਿੱਦਣ ਬੱਚੇ ਨੇ ਸਕੂਲ ਵਿੱਚ ਕਦਮ ਰੱਖਿਆ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਿਆਰ ਕੀਤਾ, ਮਾਂ ਨੇ ਦਹੀਂ ਮਿੱਠਾ ਸ਼ੱਕਰ ਪਾ ਕੇ ਖਵਾਇਆ। ਇਹ ਪੁਰਾਣੇ ਹਿਸਾਬ ਦੇ ਵਿੱਚ ਲੋਕ ਕਰਦੇ ਸੀ, ਦਹੀਂ ਖਵਾ ਦਿਓ ਚੰਗਾ ਹੁੰਦਾ ਹੈ ਤੇ ਚੰਗਾ ਹੀ ਹੈ, ਕੋਈ ਸ਼ੱਕ ਨਹੀਂ। ਜੇ ਮੈਡੀਕਲ ਸਾਇੰਸ ਪੜ੍ਹੀ ਤਾਂ ਕਾਰਨ ਕੀ ਹੈ? ਅਸਲ ਵਿੱਚ ਦਹੀਂ ਵਿੱਚ ਨੇ ਬੈਕਟੀਰੀਆ। ਨਮਕ ਪਾਵਾਂਗੇ ਤੜਫ ਜਾਣਗੇ, ਮਰ ਜਾਣਗੇ, ਜੀਵਤ ਕੀੜੇ ਆ। ਜਦ ਮਿੱਠਾ ਪਾਇਆ ਜਾਂਦਾ ਹੈ ਉਹ ਵੱਧਦੇ ਆ। ਹੁਣ ਬੈਕਟੀਰੀਆ ਦਹੀਂ ਵਾਲਾ ਸਿਹਤ ਲਈ ਬਹੁਤ ਚੰਗਾ ਹੈ। ਜਦ ਮਿੱਠੇ ਵਿੱਚ ਪਾ ਕੇ ਦਹੀਂ ਖਾਧਾ ਜਾਂਦਾ ਹੈ, ਉਹਦਾ ਸਾਇੰਟੀਫਿਕ ਰੀਜ਼ਨ ਕੀ ਹੈ? ਉਹ ਬੈਕਟੀਰੀਆ ਐਕਟਿਵ ਹੋ ਜਾਂਦਾ ਹੈ। 15 ਤੋਂ 20 ਤੋਂ 25 ਮਿੰਟ ਤੱਕ ਤੁਹਾਡੀ ਉਹ ਟੰਗ ਤੇ ਜੀਭ ਤੇ ਐਕਟਿਵ ਰਹਿੰਦਾ ਏ ਤੇ ਬੰਦਾ ਸਾਵਧਾਨ ਰਹਿੰਦਾ ਏ। ਤੇ ਜਦ ਬੈਕਟੀਰੀਆ ਅੰਦਰ ਗਿਆ, ਪੋਜ਼ਿਟਿਵ ਥਾਟ ਆਉਣਗੇ ਤੇ ਬੰਦਾ ਘਬਰਾਉਂਦਾ ਨਹੀਂ। ਅਸਲ 'ਚ ਤੇ ਮੈਡੀਕਲ ਸਾਇੰਸ ਇਹ ਦੱਸ ਰਹੀ ਹੈ, ਪਰ ਅਸੀਂ ਭਰਮ ਵਾਲੇ ਪਾਸੇ ਲਾ ਲਿਆ। ਦਹੀਂ ਖਾ ਕੇ ਜਾਓ ਚੰਗਾ ਹੁੰਦਾ ਏ, ਸ਼ਗਨ ਹੁੰਦਾ ਏ, ਆਹ ਨਹੀਂ ਕਰੋਗੇ ਆਪ ਸ਼ਗਨ ਹੁੰਦਾ ਏ। ਇਹ ਦੂਜੇ ਪਾਸੇ ਚੱਲ ਪਏ। ਹੁਣ ਭਾਵੇਂ ਦਹੀਂ ਖਾ ਕੇ ਚੰਗਾ ਹੋਵੇ ਨਾ ਹੋਵੇ, ਪਰ ਜਿਹੜੀ ਮਾੜੀ ਸੋਚ ਦਿਮਾਗ 'ਚ ਚੱਲਦੀ ਵੀ ਜੇ ਕੰਮ ਨਾ ਬਣੇ ਫਿਰ ਉਹਨੇ ਦਹੀਂ ਦਾ ਵੀ ਲੱਸੀ ਰੜਕ ਦੇਣਾ। ਸਭ ਨਾਮ ਸੋਚ ਪੋਜ਼ਿਟਿਵ ਚਾਹੀਦੀ ਹੈ। ਸਵੇਰ ਦਾ ਵੇਲਾ ਮਾਂ ਆਪਣੇ ਪੁੱਤ ਦੇ ਕੱਪੜੇ ਪਾ ਰਹੀ ਹੈ, ਸਿਰ ਵਾਹ ਰਹੀ ਹੈ, ਸੋਹਣਾ ਜਿਹਾ ਜੂੜਾ ਕੀਤਾ, ਮਿੱਠੀਆਂ ਮਿੱਠੀਆਂ ਗੱਲਾਂ ਮਾਤਾ ਜੀ ਕਰਦੇ ਆਪਣੇ ਪੁੱਤ ਨੂੰ ਸੁਣਦੇ ਤੇ ਗੁਰੂ ਸਾਹਿਬ ਬੜੇ ਖੁਸ਼ ਨੇ, ਬੜਾ ਚਾਅ ਏ ਕਿਉਂਕਿ ਪਾਠਸ਼ਾਲਾ ਚੱਲੇ ਨੇ। ਅਛਤ ਪਰ ਠਾਰੀ ਬਹੁਰ ਸੁਪਾਰੀ, ਲੀਨੀ ਕਰ ਮਹਿ ਧਾਰ। ਤੇ ਪਿਤਾ ਕਾਲੂ ਜੀ ਨੇ ਇੱਕ ਵੱਡਾ ਥਾਲ ਪਿੱਤਲ ਦਾ ਲਿਆ, ਚੌਲਾਂ ਨਾਲ ਭਰ ਲਿਆ ਤੇ ਕਾਫੀ ਸਾਰੀਆਂ ਲਈਆਂ ਸੁਪਾਰੀਆਂ।
ਪੁਰਾਣੇ ਸਮੇਂ ਦੇ ਵਿੱਚ ਨਾ ਇਹ ਰੀਤੀ ਰਿਵਾਜ ਹੁੰਦੇ ਸੀ। ਅੱਜ ਦੇ ਸਮੇਂ ਕਿਹੜਾ ਜੀ, ਅਗਲਾ ਕਹਿੰਦਾ ਦਾਖਲਾ ਭਰੋ 1 ਲੱਖ ਰੁਪਈਆ ਇੱਧਰ ਆ ਜਾਓ, ਐਡਮਿਸ਼ਨ ਭਰ ਦਿਓ। ਨਾ ਕਿਸੇ ਪੱਗ ਦੀ ਲੋੜ ਹੈ, ਨਾ ਕਿਸੇ ਰੁਮਾਲ ਦੀ ਲੋੜ ਹੈ, ਨਾ ਕਿਸੇ ਲੱਡੂਆਂ ਦੇ ਡੱਬੇ ਦੀ ਲੋੜ ਹੈ। ਤੇ ਜਿਹਨੇ 1 ਲੱਖ ਭਰਿਆ ਹੁੰਦਾ ਸੋਚ ਕੇ ਜਾਂਦਾ ਵੀ ਲਾ ਤੇ ਦਿੱਤਾ, ਪੜੂਗਾ ਵੀ ਨਹੀਂ, ਲੱਖ ਤੇ ਦਿੱਤਾ। ਹੁਣ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ, ਜਦ ਟੀਚਰ ਕੋਲ ਜਾਣਾ ਨਾ, ਸਿਰ ਦੀ ਪੱਗ, ਚਾਵਲਾਂ ਦਾ ਭਰਿਆ ਥਾਲ, ਵਿੱਚ ਰੱਖ ਕੇ ਸੁਪਾਰੀਆਂ ਤੇ ਨਾਲ ਇੱਕ ਤੇੜ ਦਾ ਕੱਪੜਾ ਤੇ ਕੁਛ ਮਾਇਆ, ਇਹ ਹੁੰਦੀ ਸੀ ਭੇਟਾ। ਉਸਤਾਦ ਬਣਾਉਣਾ, ਟੀਚਰ ਕੋਲ ਜਾਣਾ, ਗੁਰੂ ਬਣਾਉਣਾ ਹੈ ਤੇ ਗੁਰੂ ਦੀ ਇਹ ਦਛਣਾ ਹੁੰਦੀ ਸੀ, ਸਤਿਕਾਰ ਹੁੰਦਾ ਸੀ। ਪਿਤਾ ਜੀ ਨੇ ਥਾਲ ਵਿੱਚ ਚਾਵਲ ਪਾਏ, ਸੁਪਾਰੀਆਂ ਪਾਈਆਂ, ਇਹ ਮਹੂਰਤ ਮੰਨੇ ਜਾਂਦੇ ਸੀ। ਕਿਉਂਕਿ ਅਜੇ ਸਿੱਖ ਧਰਮ ਦਾ ਆਗਾਜ਼ ਨਹੀਂ ਹੋਇਆ, ਜਿੱਥੇ ਗੁਰੂ ਸਾਹਿਬ ਚੱਲੇ ਆ, ਬਾਪੂ ਕਰ ਰਹੇ ਨੇ ਆਪਣੇ ਧਰਮ ਦੀ ਰੀਤੀ ਅਨੁਸਾਰ। ਕਹਿੰਦੇ ਉਹ ਥਾਲ ਹੱਥ 'ਚ ਲੈ ਲਿਆ, ਨਾਲ ਇੱਕ ਸੇਵਕ ਲੈ ਲਿਆ, ਉਹਨੂੰ ਥਾਲ ਫੜਾਇਆ। ਪਿਤਾ ਜੀ ਬੜੇ ਖੁਸ਼ ਹਨ। ਪਟ ਨਵ ਪਹਿਰਾਏ ਸੁਭਾਗ ਸੁਹਾਏ, ਚੱਲਿਓ ਤਾਤ ਸੰਗ ਤਾਤ। ਕਹਿੰਦੇ ਸੋਹਣੇ ਜਿਹੇ ਕੱਪੜੇ ਪਹਿਨਾ ਕੇ, ਪੈਰਾਂ ਵਿੱਚ ਪਵਾ ਕੇ ਜੋੜਾ, ਪਿਤਾ ਦੇ ਨਾਲ ਚੱਲੇ ਤਾਤ ਸੰਗ ਤਾਤ। ਅੱਖਰ ਇੱਕੋ ਹੀ ਹੈ, ਅਰਥ ਦੋ ਨੇ। ਤਾਤ ਨਾਮ ਪੁੱਤਰ ਦਾ ਵੀ ਹੈ ਤੇ ਤਾਤ ਨਾਮ ਪਿਤਾ ਦਾ ਵੀ ਹੈ। ਪਿਤਾ ਦੇ ਨਾਲ ਪੁੱਤ ਚੱਲੇ ਆ, ਮੋਢੇ ਵਿੱਚ ਪਾਲੀ ਫੱਟੀ, ਮੋਢੇ ਵਿੱਚ। ਅੱਗੇ ਪੁਰਾਣੇ ਝੋਲੇ ਜਿਹੇ ਹੁੰਦੇ ਸੀ, ਉਹਨੇ ਬੈਗ ਬੂਗ ਸੀ, ਅੱਜ ਕੱਲ੍ਹ ਲੜੇ, ਪਾਈ ਫੱਟੀ, ਬਾਪੂ ਨੇ ਪੁੱਤ ਦੇ ਮੋਢੇ 'ਚ ਪਾਤੀ। ਗੁਰੂ ਸਾਹਿਬ ਉਂਗਲ ਫੜ ਕੇ ਬਾਤੀ, ਘਰੋਂ ਚੱਲੇ। ਮਾਂ ਨੇ ਮੱਥਾ ਚੁੰਮਿਆ, ਬੜੀ ਖੁਸ਼ ਹੈ ਮਾਂ। ਕਹਿੰਦੀ ਪੁੱਤ ਪੜ੍ਹ ਕੇ ਆਈ? ਕਹਿੰਦੇ ਚੰਗਾ ਮਾਂ। ਮਾਂ ਨਹੀਂ ਛੱਡਣ ਗਈ, ਪਿਤਾ ਛੱਡਣ ਚਲੇ। ਗੁਰੂ ਨਾਨਕ ਸਾਹਿਬ ਦੇ ਪਿਤਾ ਆਪਣੇ ਪੁੱਤਰ ਦੀ ਉਂਗਲ ਫੜ ਕੇ ਵਿਹੜੇ ਤੋਂ ਚੱਲ ਪਏ। ਗਤ ਚੰਚਲ ਚਾਰੀ ਗਜ ਸਤਵਾਰੀ, ਫੇਰਤ ਹਰਖਤ ਮਾਤ। ਚਿਹਰੇ ਤੇ ਬੜੀ ਖੁਸ਼ੀ ਹੈ, ਮਾਂ ਵੀ ਹੱਸਦੀ, ਅੱਖਾਂ 'ਚ ਅਥਰੂ ਆ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਦੀ ਉਂਗਲ ਫੜ ਕੇ ਵਿਹੜੇ 'ਚੋਂ ਬਾਹਰ ਨਿਕਲੇ, ਮੁੜ ਕੇ ਮਾਂ ਵੱਲ ਤੱਕਿਆ ਤੇ ਹੱਸ ਪਏ। ਤੇ ਮਾਂ ਦੀਆਂ ਅੱਖਾਂ 'ਚੋਂ ਆ ਗਏ ਹੰਝੂ। ਖੁਸ਼ੀ ਆ, ਪੁੱਤ ਪੜ੍ਹਨ ਚੱਲਿਆ। ਕਵੀ ਕਹਿੰਦੇ ਹਾਥੀ ਵਾਂਗ ਛੋਟੇ ਛੋਟੇ ਪੈਰ ਹੌਲੀ ਹੌਲੀ ਰੱਖਦੇ ਪਿਤਾ ਦੀ ਉਂਗਲ ਫੜ ਕੇ ਗੁਰੂ ਸਾਹਿਬ ਚੱਲੇ ਨੇ ਪਾਠਸ਼ਾਲਾ ਵਾਲੇ ਪਾਸੇ। ਤੇ ਅੱਜ ਤੇ ਪਿਤਾ ਕਲਿਆਣ ਚੰਦ ਖੁਸ਼ੀ ਬਹੁਤ ਹੈ। ਪੁੱਤਰ ਆਪਣੇ ਨੂੰ ਬੜਾ ਪਿਆਰ ਕਰਦੇ ਆ, ਭੋਲੀਆਂ ਭੋਲੀਆਂ ਗੱਲਾਂ ਕਰਦੇ ਆ। ਕਹਿੰਦੇ ਅੱਜ ਮੇਰਾ ਪੁੱਤ ਯਾਦ ਕਰਕੇ ਆਊਗਾ, ਪੜ੍ਹ ਕੇ ਆਊਗਾ, ਮੇਰਾ ਸ਼ੇਰ ਪੁੱਤ। ਪਰ ਗੁਰੂ ਸਾਹਿਬ ਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ, ਉਹ ਸਿਰਫ ਇੱਕ ਦੁਨਿਆਵੀ ਤੌਰ ਤੇ ਚੱਲੇ। ਬਹੁਤ ਵੱਡਾ ਮਕਸਦ ਆ ਉਹਨਾਂ ਦਾ ਜਾਣ ਦਾ। ਮਰਦ ਤੁਰੇ ਜਾਂਦੇ, ਕਹਿੰਦੇ ਸਾਰੇ ਲੋਕ ਬਾਹਰ ਨਿਕਲ ਕੇ ਵੇਖਦੇ, ਕਹਿੰਦੇ ਨਾਨਕ ਸਕੂਲ ਚੱਲੇ ਆ। ਖੁਸ਼ੀ ਹੁੰਦੀ ਲੋਕਾਂ ਨੂੰ, ਬੜੇ ਪਿਆਰੇ ਲੋਕ ਸਨ। ਤੇ ਗੁਰੂ ਸਾਹਿਬ ਸਭ ਵੱਲ ਵੇਖਦੇ ਉਹਨਾਂ ਵੱਲ ਨੇ ਉਂਗਲ ਪਿਓ ਨੇ ਫੜੀ ਹੋਈ ਹੈ, ਕਦਮ ਕਦਮ ਤੁਰਦੇ ਜਾਂਦੇ ਆ। ਘਰ ਤੋਂ ਦੂਰ ਚਲੇ ਗਏ। ਸਵਈਆ ਜਲ ਜਾਤ ਸੇ ਹੈ, ਪਦ ਜਾਤ ਚਲੇ, ਗਹਿ ਤਾਤ ਕਰ ਗੁਰ ਹਾਥ ਉਚਾਈ। ਸਾਰਾ ਪਿੰਡ ਘੁੰਮ ਕੇ ਗਏ, ਕਿਉਂਕਿ ਪਿੰਡ ਤੋਂ ਕਾਫੀ ਦੂਰੀ ਤੇ ਬਾਹਰਲੇ ਪਾਸੇ ਪਾਠਸ਼ਾਲਾ ਏ। ਜਦੋਂ ਕਲਿਆਣ ਚੰਦ ਆਪਣੇ ਪੁੱਤ ਦੀ ਉਂਗਲ ਫੜ ਕੇ ਜਾ ਰਹੇ ਨੇ, ਬੜੀਆਂ ਭੋਲੀਆਂ ਭੋਲੀਆਂ ਗੱਲਾਂ ਕਰਦੇ ਗੁਰੂ ਨਾਨਕ ਸਾਹਿਬ ਜਾਂਦੇ, ਬੜੀਆਂ ਪਿਆਰੀਆਂ ਜੀਆਂ ਗੱਲਾਂ, ਅਲੱਗ ਜੀਆਂ ਗੱਲਾਂ, ਦੁਨੀਆਦਾਰੀ ਦੀਆਂ ਗੱਲਾਂ ਕਰਦੇ। ਤੇ ਪਿਤਾ ਬੜਾ ਖੁਸ਼, ਕਹਿੰਦੇ ਕਦਮ ਦਰ ਕਦਮ ਤੁਰੇ ਜਾਂਦੇ ਆ। ਨਾਲ ਨੌਕਰ ਤੁਰਿਆ ਜਾਂਦਾ ਹੈ, ਜਿਹਨੇ ਸਿਰੇ ਉੱਤੇ ਉਹ ਥਾਲ ਰੱਖਿਆ ਹੋਇਆ, ਸੁਪਾਰੀਆਂ ਦਾ, ਚਾਵਲਾਂ ਦਾ, ਵਸਤਰਾਂ ਦਾ, ਕੁਛ ਮਾਇਆ ਏ, ਭੇਟਾ ਕਰਨੀ ਹੈ। ਤੇ ਗੁਰੂ ਸਾਹਿਬ ਚੱਲਦੇ ਚੱਲਦੇ ਪਾਠਸ਼ਾਲਾ ਕੋਲ ਆਏ। ਕਹਿੰਦੇ ਜਦੋਂ ਪਾਠਸ਼ਾਲਾ ਸਕੂਲ ਕੋਲ ਆਏ ਨਾ, ਤੇ ਬਾਪੂ ਨੇ ਕਿਹਾ ਪੁੱਤ ਮੱਥਾ ਟੇਕ ਇਹਨੂੰ, ਇਹ ਸਿੱਖਣ ਵਾਲੀਆਂ ਚੀਜ਼ਾਂ। ਕਦੇ ਕਿਸੇ ਪਲੇਅਰ ਨੂੰ ਵੇਖਿਓ, ਗਰਾਊਂਡ ਵਿੱਚ ਐਂਟਰ ਹੋਏਗਾ, ਮੱਥਾ ਟੇਕ ਵੜੇਗਾ। ਇੱਕ ਰੁਤਬਾ ਹੈ, ਇੱਕ ਸਤਿਕਾਰ ਹੈ। ਜਦ ਕੋਈ ਗੁਰੂ ਦਾ ਪਿਆਰਾ ਗੁਰੂ ਘਰ ਆਏਗਾ, ਉਹ ਚਰਨਾਂ ਨੂੰ ਹੱਥ ਲਾ ਕੇ ਮੱਥੇ ਲਾਉਂਦਾ, ਥਾਂ ਨੀਚੇ। ਜਦ ਬੱਚਾ ਸਕੂਲ ਵਿੱਚ ਪਹਿਲੀ ਵਾਰ ਜਾਂਦਾ ਹੈ, ਉਸ ਧਰਤੀ ਨੂੰ ਹੱਥ ਲਾ ਮੱਥੇ ਨਾਲ ਲਾਉਂਦਾ ਹੈ ਵੀ ਇਸ ਧਰਤੀ ਨੇ ਮੇਰੀ ਤਕਦੀਰ ਬਣਾਉਣੀ ਹੈ। ਕਿਉਂਕਿ ਪਾਠਸ਼ਾਲਾ ਸਕੂਲ ਵਿਦਿਆ ਦਾ ਮੰਦਰ ਹੈ, ਇੱਕ ਤਰ੍ਹਾਂ ਦਾ ਗੁਰੂ ਘਰ ਹੈ, ਜਿੱਥੋਂ ਸਭ ਕੁਝ ਸਿੱਖਣ ਨੂੰ ਮਿਲਦਾ ਹੈ। ਜਿੱਥੇ ਬੰਦਾ ਜਾਂਦਾ ਇਨਸਾਨ ਬਣਨ ਵਾਸਤੇ ਹੈ, ਚੰਗੀਆਂ ਗੱਲਾਂ ਸਿੱਖ ਕੇ ਆਉਂਦਾ ਹੈ। ਤੇ ਜਦੋਂ ਕਹਿੰਦੇ ਪਾਠਸ਼ਾਲਾ ਕੋਲ ਆਏ, ਗੁਰੂ ਨਾਨਕ ਸਾਹਿਬ ਮਹਾਰਾਜ ਨੇ
ਛੋਟੀਆਂ ਛੋਟੀਆਂ ਉਂਗਲਾਂ ਧਰਤੀ ਨਾਲ ਲਾਈਆਂ ਤੇ ਮੱਥੇ ਨਾਲ ਲਾ ਲਈਆਂ। ਪਿਤਾ ਨੇ ਸਿਖਾਇਆ, ਪੁੱਤ ਨਮਸਕਾਰ ਕਰ। ਅੰਦਰ ਐਂਟਰ ਹੋਏ। ਹੁਣ ਕੱਚਾ ਜਿਹਾ ਸਕੂਲ ਹੈ, ਪਾਠਸ਼ਾਲਾ, 2 ਕੀ ਕਮਰੇ ਬਣੇ ਆ, ਵਿਹੜੇ ਦੇ ਵਿੱਚ ਹੀ ਮਾਸਟਰ ਜੀ ਬੈਠੇ ਆ, ਪਾਦਾ ਜੀ। ਅੱਗੇ ਕੁਰਸੀਆਂ ਕਰਸੀਆਂ ਵਾਲਾ ਰਿਵਾਜ ਨਹੀਂ ਸੀ ਹੁੰਦਾ। ਜਦ ਤੱਕ ਸਕੂਲ ਪਾਠਸ਼ਾਲਾ ਚੱਲਣੀ ਹੈ, ਟੀਚਰ ਨੇ ਖੜ ਕੇ ਪੜਾਉਣਾ ਹੈ, ਇਸੇ ਦੀ ਤਨਖਾਹ ਸੀ ਪੁਰਾਣੇ ਸਮੇਂ 'ਚ। ਗੁਰੂ ਸਾਹਿਬ ਅੰਦਰ ਆਏ, ਕਹਿੰਦੇ ਪਾਦਾ ਵੇਖੀ ਉੱਠ ਪਿਆ, ਕਿਉਂਕਿ ਪਟਵਾਰੀ ਜੀ ਆਏ ਆ, ਵੱਡਾ ਰੁਤਬਾ ਹੈ। ਕਰ ਕੰਕਣ ਸੋ ਕਟ ਕਿੰਕਣ ਹੈ, ਕਲ ਕੁੰਡਲ ਲੋਨ ਕਪੋਲਨ ਝਾਈ। ਕਹਿੰਦੇ ਬੜੇ ਸੋਹਣੇ ਕੇਸ ਗੁਰੂ ਸਾਹਿਬ ਦੇ ਸੋਹਣੀ ਦਸਤਾਰ ਚੋਂ ਦਿਸਦੇ ਆ, ਚਿੱਟੀ ਦਸਤਾਰ ਬੰਨੀ ਸਿਰ ਤੇ ਖੱਦਰ ਦੀ। ਅੱਗੇ ਤੇ ਬੱਚਿਆਂ ਦੇ ਸਿਰ ਤੇ ਦਸਤਾਰਬੰਦੀ ਕੀਤੀ ਜਾਂਦੀ ਸੀ, ਭਾਵੇਂ ਹਿੰਦੂ ਧਰਮ ਵੀ ਕਿਉਂ ਸੀ। ਸਮਾਜ ਸੀ ਐਸਾ, ਸਭ ਕੁਝ ਹੀ ਐਸਾ ਸੀ। ਕਹਿੰਦੇ ਗੁਰੂ ਸਾਹਿਬ ਦੇ ਸੋਹਣੀ ਜੀ ਦਸਤਾਰ ਚੋਂ ਕਾਲੇ ਕਾਲੇ ਕੇਸ ਲਟਕਦੇ ਆ, ਹੱਥਾਂ 'ਚ ਕੰਗਣ ਪਾਏ ਹੋਏ ਆ, ਛੋਟੇ ਛੋਟੇ ਚਰਨ। ਪੱਟਦੇ ਪੱਟਦੇ ਜਦੋਂ ਨੇੜੇ ਆਏ ਨਾ, ਖੜੇ ਹੋ ਗਏ ਸਾਹਮਣੇ। ਬਾਪੂ ਨੇ ਉਂਗਲ ਛੱਡ ਦਿੱਤੀ ਆਪਣੇ ਪੁੱਤਰ ਦੀ, ਕਹਿੰਦੇ ਪੁੱਤਰ ਜੀ ਇਹ ਪਾਦਾ ਜੀ ਨੇ। ਕਹਿੰਦੇ ਛੋਟੇ ਜਿਹੇ ਹੱਥ ਜੋੜਦੇ ਸਾਹਮਣੇ, ਤੇ ਪਾਦਾ ਬੜਾ ਖੁਸ਼, ਕਹਿੰਦਾ ਪੁੱਤ ਬੜਾ ਪਿਆਰਾ ਹੈ, ਭਾਗਾਂ ਵਾਲਾ ਹੈ। ਕਲਿਆਣ ਚੰਦ ਜੀ ਤੁਸੀਂ ਆਪਣੇ ਪੁੱਤਰ ਨੂੰ ਲੈ ਕੇ ਆਇਓ, ਮੈਨੂੰ ਬੜੀ ਖੁਸ਼ੀ ਹੈ, ਕਿਉਂਕਿ ਤੁਸੀਂ ਸਮਝਦਾਰ ਹੋ, ਪੜ੍ਹੇ ਲਿਖੇ ਹੋ, ਤਾਂ ਹੀ ਬੱਚਾ ਪੜ੍ਹਾਉਣੇ ਆਏ ਹੋ। ਦਲ ਲੋਚਨ ਕੰਜ ਵਿਸਾਲ ਭਲੇ, ਸਿਰ ਪੈ ਉਸ ਨੀਕੈ ਨੀਕ ਬਣਾਈ। ਜਿੰਨੇ ਉਸ ਪਾਠਸ਼ਾਲਾ ਵਿੱਚ ਬੱਚੇ ਭੁੰਜੇ ਬੈਠੇ ਸੀ, ਉਹ ਨਾਨਕ ਜੀ ਵੱਲ ਵੇਖਦੇ, ਕਿਉਂਕਿ ਕੁਝ ਬੱਚੇ ਤੇ ਗੁਰੂ ਸਾਹਿਬ ਦੇ ਮਿੱਤਰ ਹੀ ਨੇ। ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਸਾਡਾ ਆੜੀ ਆ ਗਿਆ, ਮਿੱਤਰ ਆ ਗਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਮਿੱਤਰਾਂ ਵੱਲ ਵੇਖਦੇ, ਦੋਸਤਾਂ ਵੱਲ ਵੇਖਦੇ, ਬੱਚੇ ਬੱਚਿਆਂ ਵੱਲ ਵੇਖਦੇ ਆ। ਤੇ ਪਿਤਾ ਜੀ ਨੇ ਪਾਦਾ ਜੀ ਦਾ ਹਾਲ ਚਾਲ ਪੁੱਛਿਆ, ਬੜੇ ਪਿਆਰ ਦੀ ਗੱਲ ਸੀ। ਸਭ ਤੋਂ ਪਹਿਲਾਂ ਕਲਿਆਣ ਚੰਦ ਜੀ ਨੇ ਸੇਵਕ ਕੋਲੋਂ ਥਾਲ ਫੜਿਆ, ਹੱਥ ਬੱਚੇ ਦੇ ਲਵਾ ਕੇ, ਪੁੱਤਰ ਦੇ ਲਵਾ ਕੇ ਪਾਦਾ ਜੀ ਨੂੰ ਸੌਂਪਿਆ। ਕਹਿੰਦੇ ਪਾਦਾ ਜੀ ਨੇ ਉਸ ਥਾਲ ਦੇ ਵਿੱਚੋਂ ਪਗੜੀ ਚੁੱਕੀ, ਸਿਰ ਤੇ ਰੱਖੀ। ਦੇਖੋ ਅੱਗੇ ਇੰਨਾ ਸਤਿਕਾਰ ਹੁੰਦਾ ਸੀ ਆਪਣੇ ਟੀਚਰਾਂ ਦਾ, ਅਧਿਆਪਕਾਂ ਦਾ, ਤੇ ਅਧਿਆਪਕ ਪਹਿਲਾ ਜ਼ਿੰਦਗੀ ਦਾ ਗੁਰੂ ਮੰਨਿਆ ਜਾਂਦਾ ਸੀ। ਤੇ ਅੱਜ ਕੱਲ ਬਸ ਕੰਮ ਤੇ ਪੁੱਛੋ ਹੀ ਨਾ ਜੀ, ਨੌਨਸੈਂਸ ਕੰਮ ਚੱਲਦਾ। ਜੇ ਕਦੇ ਟੀਚਰ ਤੂੰ ਤੜਾ ਕਰਕੇ ਗੱਲ ਕਰ ਗਿਆ, ਬਾਹਰ ਹੀ ਮੋੜ ਤੇ ਕੁੱਟ ਦਿੰਦੇ ਆ। ਤੇ ਫਿਰ ਇਹੋ ਜਿਹੇ ਨੇ ਕਰਨਾ ਵੀ ਕੀ ਹੈ ਜ਼ਿੰਦਗੀ 'ਚ। ਅੱਜ ਤੱਕ ਆ ਪਿਛਲੇ ਬਜ਼ੁਰਗਾਂ ਨੂੰ ਵੇਖ ਲਓ, ਕਿਤੇ ਟੀਚਰ ਉਸਤਾਦ ਮਿਲ ਜਾਂਦਾ ਨਾ, ਉੱਠ ਕੇ ਖੜੇ ਹੋ ਜਾਂਦੇ ਹੱਥ ਜੋੜ ਕੇ, ਕਹਿੰਦੇ ਇਸ ਬੰਦੇ ਦੀ ਬਦੌਲਤ ਅੱਜ ਮੈਂ ਬੰਦਾ ਹਾਂ। ਇਹਨੇ ਬੇਸ਼ੱਕ ਮੈਨੂੰ ਕੁੱਟਿਆ, ਮੈਨੂੰ ਬੁਰਾ ਲੱਗਦਾ ਸੀ, ਪਰ ਜੋ ਇਹਨੇ ਪੜ੍ਹਾਤਾ ਅੱਜ ਮੈਂ ਤਾਂ ਹੀ ਇੱਥੇ ਬੈਠਾ, ਤਾਂ ਹੀ ਰੁਤਬਾ ਇੰਨਾ ਵੱਡਾ ਹੈ। ਸੱਚੀ ਮਾਂ-ਬਾਪ ਤੋਂ ਬਾਅਦ ਜੇ ਕੋਈ ਰੱਬ ਹੁੰਦਾ ਤੇ ਉਹ ਟੀਚਰ ਹੁੰਦੇ ਆ, ਪਰ ਟੀਚਰ ਵੀ ਸੰਸਕਾਰੀ ਹੋਣ। ਤੇ ਪਿਤਾ ਨੇ ਆਖਿਆ ਪੁੱਤਰ ਪਾਦਾ ਜੀ ਦੇ ਪੈਰੀ ਹੱਥ ਲਾਓ, ਮੱਥਾ ਟੇਕੋ, ਕਿਉਂਕਿ ਗੁਰੂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦੇ ਛੋਟੇ ਛੋਟੇ ਨੇਤਰ ਬੜੇ ਸੋਹਣੇ, ਦੋਨੇ ਹੱਥ ਜੋੜੇ, ਪਿਤਾ ਜੀ ਦੀ ਗੱਲ ਮੰਨੀ, ਪਾਦਾ ਜੀ ਦੇ ਚਰਨਾਂ ਤੇ ਪੈਰਾਂ ਤੇ ਉਹਨਾਂ ਮੱਥਾ ਟੇਕਿਆ ਏ। ਚਟ ਸਾਰ ਜਹਾਂ ਅਤਚਾਰ ਬਨੀ, ਬੋ ਬਾਰ ਕਬਰ ਬਾਰ ਅਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਿਤਾ ਦੀ ਉਂਗਲ ਫੜ ਕੇ ਉਸ ਪਾਠਸ਼ਾਲਾ ਵਿੱਚ ਖੜੇ, ਆਸੇ ਪਾਸੇ ਵੇਖਦੇ ਆ, ਨਜ਼ਰ ਘੁਮਾ ਕੇ ਦੂਰ ਦੂਰ ਤੱਕ ਕੱਚੀ ਕੰਧ ਹੈ, 2 ਕੱਚੇ ਜੇ ਕਮਰੇ ਮਕਾਨ ਦੇ ਬਣੇ ਆ, ਤੇ ਪਾਦਾ ਜੀ ਖੜੇ ਸੀ, ਬੱਚੇ ਬੈਠੇ ਆ। ਤੇ ਜਦੋਂ ਮਹਾਰਾਜ ਅੰਦਰ ਪ੍ਰਵੇਸ਼ ਹੋਏ ਸੀ, ਬੱਚਿਆਂ ਦੇ ਬੋਲਣ ਦੀ ਆਵਾਜ਼ ਆਉਂਦੀ ਸੀ, ਪਾਦਾ ਜੀ ਅੱਗੇ ਅੱਗੇ ਬੋਲਦੇ ਸੀ, ਬੱਚੇ ਪਿੱਛੇ ਪਿੱਛੇ, ਜਿਵੇਂ ਕਾਊਂਟਿੰਗ ਪੜ੍ਹੀ ਜਾਂਦੀ ਹੈ, ਪਹਾੜੇ ਪੜ੍ਹੇ ਜਾਂਦੇ ਆ। ਇੱਥੇ ਪਹਾੜੇ ਪੜ੍ਹੇ ਜਾ ਰਹੇ ਸੀ, ਕਿਉਂਕਿ ਹਿਸਾਬ ਕਿਤਾਬ ਦੇ ਟੀਚਰ ਨੇ ਪਾਦਾ ਜੀ। ਗੁਰੂ ਸਾਹਿਬ ਆ ਗਏ, ਪਾਦਾ ਜੀ ਨੇ ਗੱਲਾਂ ਨੂੰ ਹੱਥ ਲਾਇਆ, ਬੜਾ ਪਿਆਰ ਕੀਤਾ, ਕਹਿੰਦੇ ਪੁੱਤਰ ਤੂੰ ਰੋਜ਼ ਆਇਆ ਕਰ, ਤੈਨੂੰ ਸੋਹਣਾ ਸੋਹਣਾ ਪੜ੍ਹਾਇਆ ਕਰਾਂਗੇ, ਤੂੰ ਵੀ ਪਿਤਾ ਜੀ ਦੇ ਵਾਂਗ ਵੱਡਾ ਬੰਦਾ ਬਣੇਗਾ। ਹੁਣ ਟੀਚਰਾਂ ਨੂੰ ਪਤਾ ਹੁੰਦਾ ਲਾਡ ਕਰਨਾ, ਪਿਆਰ ਕਰਨਾ, ਉਹਨਾਂ ਨੂੰ ਪਤਾ ਨਹੀਂ ਰਹੂਗਾ। ਇਹੀ ਸਮਾਂ ਹੁੰਦਾ ਹੈ ਮਾਂ-ਬਾਪ ਦੇ ਹੁੰਦਿਆਂ ਬੱਚੇ ਨੂੰ ਸਭ ਕੁਝ ਐਕਸੈਪਟ ਕਰਾਇਆ ਜਾਵੇ। ਪਹਿਲਾ ਦਿਨ ਹੁੰਦਾ, ਬੱਚਾ ਸਕੂਲ ਜਾਂਦਾ ਏ ਤੇ ਮਾਂ ਨੂੰ ਕਹਿੰਦੇ ਵੀ ਤੂੰ ਕੋਲੇ ਬਹਿ ਜਾ ਭਾਈ 2 ਘੰਟੇ, ਇਹਨੂੰ ਓਪਰਾ ਪਾਣਾ ਲੱਗੇ ਵੀ ਮੇਰੀ ਮਾਂ ਦੀਆਂ ਫਰੈਂਡਾਂ ਹੀ ਨੇ, ਮੇਰੀ ਮਾਤਾ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੀ ਨੇ। ਤੇ ਪਹਿਲੇ ਦਿਨ ਬੱਚੇ ਕੋਲ ਮਾਂ ਬਹਿੰਦੀ, ਦੂਜੇ ਦਿਨ ਥੋੜਾ ਬਹਿੰਦੀ, ਫਿਰ ਤੇ ਛੱਡ ਕੇ ਆ ਜਾਂਦੇ। ਹੌਲੀ 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 ਬੱਚਾ ਆਪ ਖਚਤ ਹੋ ਜਾਂਦਾ, ਫਿਰ ਆਪ ਕਹਿੰਦਾ ਮੈਂ ਸਕੂਲ ਜਾਣਾ, ਮੈਂ ਪੜ੍ਹਨਾ, ਮੈਂ ਅੱਜ ਘਰ ਨਹੀਂ ਰਹਿਣਾ। ਹੁਣ ਗੁਰੂ ਸਾਹਿਬ ਬੈਠੇ, ਪਾਦੇ ਨੂੰ ਸੀ ਬੱਚਾ ਰੋਏਗਾ,
ਪਰ ਮਰਦ ਨਹੀਂ ਰੋਏ, ਉਹ ਖੁਸ਼ ਬੜੇ ਆ, ਚਿਹਰੇ ਤੇ ਸਮਾਈਲ ਹੈ, ਮੁਖੜੇ ਤੇ ਹਾਸਾ ਏ। ਦੋਹਰਾ ਬੈਸੇ ਪਾਦੇ ਪਾਸ ਤਬ, ਸ੍ਰੀ ਨਾਨਕ ਸੁਖ ਕੰਦ। ਸੁੱਖਾਂ ਦੇ ਦਾਤੇ ਗੁਰੂ ਸਾਹਿਬ ਨਾਨਕ ਜੀ ਪਾਦਾ ਜੀ ਦੇ ਇਸ਼ਾਰਾ ਕਰੇ ਤੋਂ ਸਾਹਮਣੇ ਬਹਿ ਗਏ। ਲਾਈਨ 'ਚ ਬੱਚੇ ਬੈਠੇ, ਇੱਕ ਪਿੱਛੇ ਇੱਕ, ਇੱਕ ਪਿੱਛੇ ਇੱਕ, ਜਿਵੇਂ ਆ ਕਰੋਨਾ ਵਾਲਿਆਂ ਨੇ ਨਹੀਂ ਕੀਤਾ ਹੋਇਆ ਕੰਮਕਾਰ ਵੀ 1 ਫੁੱਟ ਛੱਡ ਕੇ ਪਿੱਛੇ ਬਹਿਣਾ। ਅੱਗੇ ਪੁਰਾਣੇ ਸਮੇਂ ਸਕੂਲਾਂ 'ਚ ਬੱਚੇ ਦੂਰ ਦੂਰ ਹੀ ਬਹਿੰਦੇ ਸੀ। ਮਹਾਰਾਜ ਬੈਠੇ ਨਾ ਸਾਹਮਣੇ ਬਿਠਾ ਲਏ, ਪਾਦਾ ਜੀ ਕੋਲੇ ਖੜੇ ਆ, ਕਹਿੰਦੇ ਝੁਕ ਕੇ ਕੋਲ ਬੈਠੇ, ਕਹਿੰਦੇ ਪੁੱਤ ਨਾਂ ਕੀ ਹੈ? ਕਹਿੰਦੇ ਨਾਨਕ। ਪਾਦਾ ਜੀ ਨੇ 4 ਗੱਲਾਂ ਕੀਤੀਆਂ, ਬੱਚੇ ਬੜਾ ਸੋਹਣਾ ਨਾਂ ਹੈ, ਇਹ ਤੇ ਹੁਣ ਪੰਪ ਪੰਪ ਜੇ ਪਹਿਲਾਂ ਮਾਰਦੇ ਹੁੰਦੇ ਆ ਸਾਰੇ, ਆਪਾਂ ਵੀ ਜਦੋਂ ਜਾਂਦੇ ਸੀ ਕਿੰਨਾ ਪਿਆਰ ਕਰਦੇ, ਕਿੰਨਾ ਕੁਝ ਖਵਾਉਂਦੇ ਸੀ। ਜਦ ਹੋ ਗਿਆ 8ਵੀਂ 10ਵੀਂ 'ਚ ਫਿਰ ਉਹ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੇ। ਉਹਨਾਂ ਨੂੰ ਪਤਾ ਸੀ ਵੀ ਸਾਡੇ ਕੋਲ ਹੁਣ ਨਵਾਂ ਬੰਦਾ ਆਇਆ, ਜੇ ਆਊ ਤਾਂ ਹੀ ਫੀਸ ਆਊਗੀ। ਪਿਤਾ ਕਲਿਆਣ ਚੰਦ ਪਟਵਾਰੀ ਨੇ, ਹੁਣ ਪਟਵਾਰੀ ਜੀ ਦਾ ਸਤਿਕਾਰ ਬੜਾ, ਰੁਤਬਾ ਬੜਾ, ਤੇ ਪਾਦਾ ਜੀ ਨੂੰ ਉਹਨਾਂ ਸਪੈਸ਼ਲੀ ਕਹਿਤਾ ਸੀ, ਕਹਿੰਦੇ ਮੇਰੇ ਪੁੱਤ ਨੂੰ ਸੋਹਣਾ ਸੋਹਣਾ ਪੜ੍ਹਾਈ, ਐਕਸਟਰਾ ਫੀਸ ਵੀ ਮੈਂ ਚਾਰਜ ਦੇ ਦਿਆ ਕਰਾਂਗਾ, ਭਰ ਦਿਆ ਕਰੂੰਗਾ, ਪਰ ਮੇਰਾ ਬੱਚਾ ਛੇਤੀ ਪੜ੍ਹਨਾ ਚਾਹੀਦਾ ਹੈ, ਸੋਹਣਾ ਪੜ੍ਹਨਾ ਚਾਹੀਦਾ ਹੈ, ਕਿਉਂਕਿ 2 ਤੋਂ 3 ਸਾਲ ਦਾ ਹੀ ਕੋਰਸ ਹੈ ਬਚਪਨ ਦੇ ਵਿੱਚ ਹੀ ਇਹ। ਤੇ ਪਾਦਾ ਜੀ ਤੇ ਬਹੁਤ ਖੁਸ਼ ਸੀ, ਕਹਿੰਦੇ ਬਸ ਜੀ ਬੱਚੇ ਨੂੰ ਭੇਜ ਦਿਆ ਕਰੋ, ਪੜ੍ਹਾਉਣ ਦੀ ਜ਼ਿੰਮੇਵਾਰੀ ਸਾਡੀ, ਬਹੁਤ ਚੰਗਾ ਪੜ੍ਹੇਗਾ, ਪੁੱਤ ਤੁਹਾਡਾ ਲਾਇਕ ਹੈ। ਮਾਰਕ ਰਵ ਸਾਹਿਰ ਕਰ, ਜਨ ਅਰਬਿੰਦ ਆਨੰਦ। ਭਾਈ ਬਾਲਾ ਜੀ ਕਹਿੰਦੇ ਗੁਰੂ ਸਾਹਿਬ ਦੇ ਆਉਣ ਕਰਕੇ ਨਾ ਪਾਠਸ਼ਾਲਾ ਵਿੱਚ ਬੜੀ ਰੌਣਕ ਹੋ ਗਈ, ਕਿਉਂਕਿ ਹੱਸਦਾ ਚਿਹਰਾ ਹੈ, ਕੱਲਾ ਹੱਸਦਾ ਨਹੀਂ, ਦੁਨੀਆ ਹੱਸਦੀ ਫਿਰਦੀ, ਅੰਦਰ ਤੇ ਰੋਣੇ ਆ, ਪਰ ਉਹ ਇੰਨੇ ਪੋਜ਼ਿਟਿਵ ਨੇ, ਇੰਨੇ ਅੰਮ੍ਰਿਤ ਦੇ ਭਰੇ ਹੋਏ ਆ, ਬਸ ਅੰਦਰ ਵੀ ਆਨੰਦ ਹੀ ਹੈ। ਜਦ ਕਹਿੰਦੇ ਪਾਠਸ਼ਾਲਾ ਵਿੱਚ ਆਏ, ਸਾਰੇ ਬੱਚੇ ਆਪਣੀ ਪੜ੍ਹਾਈ ਛੱਡ ਇਹਨਾਂ ਨੂੰ ਵੇਖੀ ਜਾਂਦੇ ਆ, ਤੇ ਪਾਦਾ ਜੀ ਗੱਲਾਂ ਤੇ ਕਲਿਆਣ ਚੰਦ ਨਾ ਕਰਦੇ ਆ, ਪਰ ਨਜ਼ਰਾਂ ਗੁਰੂ ਨਾਨਕ ਸਾਹਿਬ ਤੋਂ ਹੀ ਚੁੱਕੀਆਂ ਜਾਂਦੀਆਂ। ਸੋਹਣਾ ਜਿਹਾ ਚਿਹਰਾ, ਅੱਖਾਂ ਸਾਹਮਣੇ ਕਮਲ ਫੁੱਲ ਵਾਂਗ ਟਹਿਕਦਾ ਏ। ਕਬਿਤ ਕਾਲੂ ਕਹੇ ਪਾਦਾ, ਸੁਣ ਨਾਨਕ ਹਮਾਰੋ ਸੂਨ। ਉਸ ਵੇਲੇ ਪਿਤਾ ਜੀ ਕਹਿਣ ਲੱਗੇ, ਪਾਦਾ ਜੀ ਗੱਲ ਸੁਣੋ, ਨਾਨਕ ਮੇਰਾ ਪੁੱਤਰ ਹੈ, ਬੜਾ ਲਾਡਲਾ ਪੁੱਤ ਹੈ, ਤੂੰ ਮੇਰੇ ਪੁੱਤ ਨੂੰ ਕੁਛ ਨਹੀਂ ਕਹਿਣਾ। ਇਹ ਗੱਲਾਂ ਬਚਪਨ 'ਚ ਸਾਰਿਆਂ ਸਾਹਮਣੇ, ਜਿੱਦਣ ਬੱਚਾ ਜਾਂਦਾ ਨਾ ਜੀ, ਮਾਂ ਬਾਪ ਵੀ ਉਦੋਂ ਫੇਕ ਦੀਆਂ ਗੱਲਾਂ ਕਰਦੇ ਹੁੰਦੇ, ਸਾਡੇ ਪੁੱਤ ਨੂੰ ਵਧੀਆ ਪੜ੍ਹਾਇਓ, ਇਹਨੂੰ ਖਾਣ ਪੀਣ ਦੀ ਕੋਈ ਕਸਰ ਨਾ ਛੱਡਿਓ, ਜਦੋਂ ਕਹੇ ਉਦੋਂ ਘਰੇ ਭੇਜ ਦਿਓ। ਕੀ ਸੱਚੀ ਭੇਜਦੇ ਆ ਘਰੇ? ਨਿਆਣੇ ਨੂੰ ਬੜਾ ਹੌਸਲਾ ਹੁੰਦਾ ਵੀ ਲੈ ਆਪਣਾ ਹੀ ਹੈ ਤੇ ਸਾਰਾ ਕੁਛ। ਜਦ 2 ਵਜੇ ਤੱਕ ਨਹੀਂ ਛੱਡਦੇ ਫਿਰ ਸੋਚਦਾ ਵੀ ਯਾਰ ਮਾਂ ਤੇ ਕਹਿ ਕੇ ਗਈ ਸੀ, ਭੇਜ ਦਿਓ ਛੇਤੀ, ਇਹ ਨਹੀਂ ਭੇਜਦੇ। ਪਿਤਾ ਜੀ ਕਹਿੰਦੇ ਪਾਦਾ ਜੀ ਬੜੀ ਸੋਹਣੀ ਸੋਹਣੀ ਪੜ੍ਹਾਈ ਕਰਨੀ ਹੈ, ਪਿਆਰ ਨਾਲ ਮੇਰੇ ਪੁੱਤ ਨੂੰ ਪੜ੍ਹਾਉਣਾ ਹੈ, ਇਹਨੂੰ ਝਿੜਕਣਾ ਨਹੀਂ, ਕਿਉਂਕਿ ਅਜੇ ਤੇ ਪਹਿਲਾ ਦਿਨ ਹੈ, ਉਹ ਤੇ ਫਿਰ ਅਗਲੇ ਦੀ ਮਰਜ਼ੀ ਆ, ਉਹ ਡਾਂਗ ਫੇਰੇ ਜਾਂ ਪਿਆਰ ਕਰੇ, ਉਹਨੇ ਵੇਖਣਾ ਪੜਦਾ ਕਿ ਨਹੀਂ ਪੜਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਪਿਤਾ ਨੇ ਬੜੀਆਂ ਗੱਲਾਂ ਆਖੀਆਂ ਸਾਹਮਣੇ ਸਾਹਮਣੇ, ਫਾਰਮੈਲਿਟੀ ਕੀਤੀ ਗਈ। ਕਹਿੰਦੇ ਮੇਰੇ ਪੁੱਤ ਨੂੰ ਬਾਕੀ ਬੱਚਿਆਂ ਤੋਂ ਸੋਹਣਾ ਪੜ੍ਹਾਉਣਾ ਹੈ। ਕਦੇ ਇੱਦਾਂ ਹੋ ਸਕਦਾ ਵੀ ਇੱਕ ਬੱਚੇ ਨੂੰ ਸਪੈਸ਼ਲ ਪੜ੍ਹਾਓ ਤੇ ਬਾਕੀਆਂ ਨੂੰ ਆਮ 'ਚ ਹੀ ਰੱਖੋ? ਨਹੀਂ, ਸਕੂਲ ਹੈ, ਸਭ ਇੱਕ ਬਰਾਬਰ ਹੋਣਗੇ। ਗੁਰੂ ਨਾਨਕ ਸਾਹਿਬ ਦੇ ਬਾਰੇ ਪਿਤਾ ਨੇ ਕਿਹਾ ਪਾਦਾ ਜੀ ਨੂੰ, ਕਹਿੰਦਾ ਕਲਿਆਣ ਚੰਦ ਜੀ ਚਿੰਤਾ ਹੀ ਨਾ ਕਰੋ, ਤੁਹਾਡਾ ਬੱਚਾ ਹੋਣਹਾਰ ਬੜਾ ਹੈ, ਚਿਹਰੇ ਤੋਂ ਲੱਗਦਾ ਹੈ ਸਾਊ ਬੜਾ ਹੈ, ਇਹ ਤੇ ਬਹੁਤ ਸੋਹਣਾ ਪੜ੍ਹੇਗਾ, ਬਾਕੀ ਬੱਚਿਆਂ ਤੋਂ ਅਵਲ ਆਏਗਾ। ਜਾ ਕੋ ਤੂੰ ਪੜ੍ਹਾਈ ਗੁਣ, ਦੀਜੈ ਨਿਜ ਹਿਤ ਸੋ। ਤੇ ਫਿਰ ਪਿਤਾ ਅਗਲਾ ਬਚਨ ਕਹਿੰਦੇ ਆ, ਕਹਿੰਦੇ ਪਾਦਾ ਜੀ ਇੰਨਾ ਸੋਹਣਾ ਪੜ੍ਹਾਇਓ, ਇੰਨਾ ਚੰਗਾ ਪੜ੍ਹਾਇਓ, ਮੇਰਾ ਪੁੱਤ ਬਹੁਤ ਹੁਸ਼ਿਆਰ ਹੋਵੇ, ਹੋਣਹਾਰ ਹੋਵੇ। ਹੁਣ ਇਕੱਲੇ ਟੀਚਰਾਂ ਦਾ ਜ਼ੋਰ ਨਹੀਂ ਹੁੰਦਾ ਵੀ ਬੱਚੇ ਨੂੰ ਜਿੰਨਾ ਮਰਜ਼ੀ ਟਿਊਸ਼ਨ ਪੜ੍ਹਾਈ ਚੱਲੋ, ਜਿੰਨੇ ਮਰਜ਼ੀ ਮਹਿੰਗੇ ਸਕੂਲ 'ਚ ਲਾ ਦਿਓ, ਜੇ ਆਪਣਾ ਦਿਮਾਗ ਹੀ ਨਹੀਂ ਵਰਤੂ ਤੇ ਟੀਚਰ ਕੀ ਕਰੂਗਾ? ਕੁਛ ਨਹੀਂ ਕਰ ਸਕਦਾ। ਆਪਣਾ ਵੀ ਦਿਮਾਗ ਹੋਣਾ ਚਾਹੀਦਾ, ਆਪਣੀ ਵੀ ਮੱਤ ਸੋਝੀ ਹੋਣੀ ਚਾਹੀਦੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਤੇ ਜੱਗ ਤੋਂ ਬੇਪਰਵਾਹੀ, ਉਹਨਾਂ ਕੀ ਲੈਣਾ ਵਿਦਿਆ ਤੋਂ, ਕੀ ਕਰਨਾ ਉਹਨਾਂ ਪੜ੍ਹਾਈਆਂ ਤੋਂ, ਤੇ ਪੜ੍ਹੇ ਹੋਏ ਨੇ ਸਾਰਾ ਕੁਛ। ਤੇ ਪਾਦਾ ਜੀ ਨੂੰ ਪਿਤਾ ਜੀ ਸਖਤ ਹਦਾਇਤ ਦਿੰਦੇ ਆ, ਕਹਿੰਦੇ ਵੱਧ ਪੜ੍ਹਾਇਓ, ਸੋਹਣਾ ਪੜ੍ਹਾਇਓ। ਤੇ ਮੈਂ ਆਪਣੇ ਪੁੱਤ ਨੂੰ ਆਪਣੀ ਜ਼ਿੰਮੇਵਾਰੀ ਪਟਵਾਰਖਾਨੇ ਦੀ ਦੇਣੀ ਚਾਹੁੰਦਾ, ਜੇ ਸੋਹਣਾ ਪੜੂਗਾ, ਚੰਗਾ ਪੜੂਗਾ, ਤਾਂਹੀਓ ਵੱਡੇ ਰੁਤਬੇ ਤੇ ਬੈਠੇਗਾ। ਦਿਓ ਮੈਂ ਉਪਾਇਨ ਗੁਨਾਇਨ ਸੋ ਹੋਏ ਜਬ। ਕਲਿਆਣ ਚੰਦ ਕਹਿੰਦੇ ਜੇ ਤੂੰ ਸੋਹਣਾ ਪੜ੍ਹਾਏਗਾ, ਚੰਗਾ ਪੜ੍ਹਾਏਗਾ, ਤੇ ਮੈਂ ਤੇਰਾ ਮਾਣ ਸਤਿਕਾਰ ਹੋਰ ਵੀ ਕਰਾਂਗਾ। ਪਾਦਾ ਜੀ ਬੜੇ ਖੁਸ਼ ਹੋ ਗਏ, ਕਹਿੰਦੇ ਨਾ ਜੀ ਇਦਾਂ ਤੇ ਲੋੜ ਨਹੀਂ ਪੈਣੀ, ਤੁਸੀਂ ਚਿੰਤਾ ਨਾ ਕਰੋ,
ਹੁਣ ਤੁਹਾਡਾ ਬੱਚਾ ਸਾਡੇ ਕੋਲੇ ਆ, ਸਮਝੋ ਆਪਣੇ ਘਰੇ ਹੀ ਹੈ। ਬਸ ਇਹ ਵੇਖਿਓ ਨਾਨਕ ਕਿੱਦਾਂ ਪੜ੍ਹਨਗੇ। ਏਕ ਦੇਉ ਹਯਨ ਮੈਂ ਕੀਜੀਏ ਸੋ ਚੇਤ ਸੋ। ਤੇ ਪਿਤਾ ਜੀ ਨੇ ਪਾਦਾ ਜੀ ਨੂੰ ਥੋੜਾ ਜਿਹਾ ਲਾਲਚ ਦਿੱਤਾ। ਕਹਿੰਦੇ ਪਾਦਾ ਜੀ ਜੇ ਤੁਸੀਂ ਨਾਨਕ ਨੂੰ ਵਧੀਆ ਪੜ੍ਹਾਓਗੇ ਨਾ, 1 ਸਾਲ 2 ਸਾਲ ਬਾਅਦ ਮੈਂ ਤੁਹਾਨੂੰ ਗਿਫਟ ਵਿੱਚ ਘੋੜਾ ਦੇਵਾਂਗਾ। ਅੱਜ ਦੇ ਸਮੇਂ ਗੱਡੀ। ਤੇ ਫਿਰ ਜਦੋਂ ਇਹੋ ਜਿਹੀਆਂ ਗੱਲਾਂ ਹੋ ਜਾਣ ਤੇ ਰਿਸ਼ਵਤ ਨਹੀਂ ਹੈਗੀ ਵੀ ਮੇਰੇ ਬੱਚੇ ਨੂੰ ਵਧੀਆ ਪੜ੍ਹਾਈ, ਮੈਂ ਵੱਧ ਚਾਰਜਸ ਦੇ ਦਿਆ ਕਰਾਂ, ਭਰ ਦਿਆ ਕਰੂੰਗਾ। ਤੇ ਫਿਰ ਜਿੱਥੇ ਫੀਸਾਂ ਮਹਿੰਗੀਆਂ ਹੋਣਗੀਆਂ, ਪੜ੍ਹਨਾ ਨਿਆਣੇ ਨੇ ਕੀ ਕੰਮ ਦੀ ਇਹੋ ਜਿਹੀ ਹੈ। ਪਿਤਾ ਨੇ ਸਪਸ਼ਟ ਕਹਿਤਾ, ਕਹਿੰਦਾ ਮੈਂ ਤੁਹਾਨੂੰ ਘੋੜਾ ਦੇਵਾਂਗਾ। ਇਹਦਾ ਮਤਲਬ ਕੀ ਹੈ ਵੀ ਇਹ ਬੱਚਾ ਹੁਣ ਵਿਸ਼ੇਸ਼ ਹੈ, ਇਹ ਖਾਸ ਹੈ, ਇਹਦਾ ਧਿਆਨ ਰੱਖਿਓ। ਤੇ ਰੱਖੇਗਾ ਕਿਉਂ ਨਹੀਂ ਜੀ? ਜਿਹਨੂੰ ਅੱਜ ਦੇ ਸਮੇਂ ਗੱਡੀ ਤੇ ਉਹਨਾਂ ਸਮਿਆਂ 'ਚ ਘੋੜਾ ਮਿਲਦਾ, ਅਗਲਾ ਕਹਿੰਦਾ ਮੈਂ 2 ਘੰਟੇ ਐਕਸਟਰਾ ਲਾ ਦਿਆ ਕਰੂੰ, ਮੈਨੂੰ ਕੀ ਹੈ, ਮਾਨ ਸਤਿਕਾਰ ਮਿਲੂਗਾ। ਪਿਤਾ ਨੇ ਕਹਿਤਾ, ਮੰਨ ਲਓ ਪਾਦਾ ਪੱਟ ਦਿੱਤਾ, ਸਤਿਨਾਮ। ਹੁਣ ਆਪਾਂ ਕਹਿੰਦੇ ਨਾ ਲੋਕ ਰਿਸ਼ਵਤ ਲੈਂਦੇ ਆ, ਭਾਈ ਜੇ ਆਪਾਂ ਦਿੰਨੇ ਆ ਅਗਲਾ ਤਾਂ ਲੈਂਦਾ। ਫਾਈਲ ਦੇ ਨਾਲ ਲਾ ਕੇ 1000 ਦਾ ਨੋਟ 2000 ਦਾ ਕਹਿ ਦਿੰਦਾ, ਛੇਤੀ ਫੜਾ ਦੇ ਕੇ ਰੱਖ। ਤੇ ਅਗਲਾ ਲਾਲਚ ਦਾ ਮਾਰਾ ਭੱਜ ਕੇ ਥੱਲੇ ਚੁੱਕ ਕੇ ਫਾਈਲ ਉੱਤੇ ਰੱਖਦਾ। ਕਿਉਂ? ਉਹਨੂੰ ਪਤਾ ਵੀ ਰਿਸ਼ਵਤ ਦੇਣ ਵਾਲਿਆਂ ਦੀ ਕਮੀ ਕੋਈ ਨਹੀਂ, ਤੇ ਫਿਰ ਲੈਣ ਵਾਲੇ ਕਿਉਂ ਛੱਡਣ? ਸਾਨੂੰ ਬਦਲਣਾ ਪੈਣਾ। ਪਿਤਾ ਨੇ ਆਫਰ ਕੀਤਾ ਵੀ ਤੁਹਾਨੂੰ ਮੈਂ ਘੋੜਾ ਦੇ ਦਿਆਂਗਾ ਜੇ ਮੇਰਾ ਪੁੱਤ ਇਸ ਵਿੱਦਿਆ ਨੂੰ ਸਿੱਖ ਗਿਆ। ਫਿਰ ਮਤਲਬ ਕੀ ਹੈ? ਕਿਤੇ ਨਾ ਕਿਤੇ ਸ਼ੱਕ ਬਾਪੂ ਨੂੰ ਵੀ ਆ ਵੀ ਇਹਨੇ ਪੜ੍ਹਨਾ ਨਹੀਂ। ਆਖੋ ਸਤਿਨਾਮ। ਇਹ ਜਾਣਦਾ ਹੈ ਨਹੀਂ, ਇੰਨੀਆਂ ਗੱਲਾਂ ਕਹਿਣ ਦੀ ਕੀ ਲੋੜ ਹੈ ਵੀ ਮੈਂ ਪਾਦਾ ਜੀ ਤੁਹਾਨੂੰ ਘੋੜਾ ਦੇ ਦਿਆਂਗਾ। ਮਤਲਬ ਉਹਨੂੰ ਪਤਾ ਹੈ ਵੀ ਮੇਰਾ ਪੁੱਤ ਹੋ ਸਕਦਾ ਹੈ ਅੜੀ ਕਰਕੇ ਬਹਿ ਜੇ ਵੀ ਮੈਂ ਨਹੀਂ ਪੜ੍ਹਦਾ। ਫਿਰ ਪਾਦਾ ਕੀ ਕਰੂ? ਹਾਂ, ਜਦੋਂ ਪਾਦੇ ਨੂੰ ਪਤਾ ਹੋਊ ਵੀ ਆਪਾਂ ਨੂੰ ਘੋੜਾ ਮਿਲੂਗਾ, ਚੰਗਾ ਰੁਤਬਾ ਮਾਣ ਸਤਿਕਾਰ ਮਿਲੂਗਾ, ਉਹ ਡਾਂਗ ਫੇਰ ਕੇ ਵੀ ਪੜਾਉਣ ਦੀ ਕੋਸ਼ਿਸ਼ ਕਰੂਗਾ। ਪਿਆਰ ਦੀਆਂ ਗੱਲਾਂ ਦੇ ਵਿੱਚ ਪਿਤਾ ਨੇ ਆਖਿਆ, ਇਸ ਤੋਂ ਜ਼ਿਆਦਾ ਭੇਡਾਂ ਤੇ ਮਾਇਆ ਉਹ ਵੀ ਮੈਂ ਤੁਹਾਨੂੰ ਅਰਪ ਦਿਆਂਗਾ। ਐਸੀ ਮੁਖ ਭਾਖ ਅਬਲਖ ਹੈ ਪਦਾਈ ਠੇਕੀ। ਕਹਿੰਦੇ ਜਿਸ ਵੇਲੇ ਪਾਦਾ ਜੀ ਨੇ ਸੁਣਿਆ ਉੱਤੇ ਪੈਰੀ ਪੈਣ ਨੂੰ ਜਾਂਦੇ ਆ, ਮੱਥਾ ਟੇਕ ਕੇ ਕਹਿਣ ਲੱਗੇ, ਕਲਿਆਣ ਚੰਦ ਜੀ ਸ਼ਰਮਿੰਦਾ ਨਾ ਕਰੋ ਕਹਿ ਕੇ, ਤੁਸੀਂ ਆਪ ਆ ਗਏ, ਇੰਨਾ ਹੀ ਬਹੁਤ ਹੈ। ਤੁਸੀਂ ਆ ਗਏ ਹੋ ਨਾ ਇੱਥੇ ਬੱਚਾ ਛੱਡਣ, ਇੰਨਾ ਹੀ ਬੜਾ ਹੈ। ਬਸ ਸਮੇਂ ਨਾਲ ਨਾਨਕ ਜੀ ਨੂੰ ਛੱਡ ਜਾਇਆ ਕਰੋ, ਮੈਂ ਮਨ ਲਾ ਕੇ ਚਿੱਤ ਲਾ ਕੇ ਪੜਾਇਆ ਕਰੋ। ਤੇ ਪਿਤਾ ਜੀ ਤੇ ਕਹਿੰਦੇ ਇੰਨੇ ਖੁਸ਼ ਨੇ, ਧਰਤੀ ਤੇ ਪੈਰ ਹੀ ਨਹੀਂ ਲੱਗਦੇ। ਲੱਗਦਾ ਵੀ ਪੁੱਤ ਅੱਜ ਹੀ ਪੜਵਾਈ ਬਣ ਗਿਆ। ਸੁਪਨੇ ਦੇ ਵੇਖਦੇ ਆ ਨਾ, ਪਰ ਸਫ਼ਰ ਬਹੁਤ ਵੱਡਾ ਹੁੰਦਾ ਪੜ੍ਹਾਈ ਦਾ। 10 ਸਾਲ 10ਵੀਂ ਤੱਕ ਲੱਗ ਜਾਂਦੇ। ਉਹ ਤੋਂ ਪਹਿਲਾਂ ਕਿੰਨੇ ਨਰਸਰੀ, LKG, ਪ੍ਰੀ ਨਰਸਰੀ, ਊੜ ਪਟਾਂਗ ਕਿੰਨਾ ਕੁਝ ਹੁੰਦਾ ਜੀ। ਤਕਰੀਬਨ 15-16 ਸਾਲ ਪੜ੍ਹਾਈ ਵਿੱਚ ਖੱਜਤ ਹੁੰਦੇ ਆ। ਬੇਸਿਕ ਪੜ੍ਹਾਈ ਲੱਗ ਜਾਂਦੇ ਆ। ਪਰ ਉਹਨਾਂ ਸਮਿਆਂ 'ਚ ਇੰਨਾ ਕੁਝ ਨਹੀਂ ਸੀ ਹੁੰਦਾ। ਉਹਨਾਂ ਸਮਿਆਂ 'ਚ 5 ਪੜ੍ਹਨਾ ਹੀ ਆਮ ਵੱਡੀ ਗੱਲ ਹੁੰਦੀ ਸੀ। 5 ਵੀ ਕੋਈ ਪੜ੍ਹਦਾ ਹੁੰਦਾ ਸੀ, ਕੋਈ ਪਹਿਲੀ 'ਚ ਹੈ, ਕੱਚੀ ਪਹਿਲੀ 'ਚ ਹੈ, ਬਸ ਦੂਜਾ ਤੀਜਾ ਚੱਲ ਕਿੱਥੇ ਕਿੱਡੀਆਂ ਪੜ੍ਹਾਈਆਂ ਸੀ। ਹਾਂ, ਇਹਦਾ ਮਤਲਬ ਇਹ ਨਹੀਂ ਵੀ ਪੜ੍ਹਾਈਆਂ ਨਹੀਂ ਸੀ ਹੁੰਦੀਆਂ, ਉਹਨਾਂ ਦੀਆਂ ਪੜ੍ਹਾਈਆਂ ਪਹਿਲੇ ਟਫ ਸੀਗੀਆਂ। ਹੁਣ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨਾ ਕਿਸੇ ਨਰਸਰੀ 'ਚ, ਨਾ ਕਿਸੇ ਕੱਚੀ 'ਚ, ਨਾ ਕਿਸੇ ਪਹਿਲੀ 'ਚ, ਉਹ ਪਾਦੇ ਕੋਲ ਆਏ ਆ, ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਹਿਸਾਬ ਪੜ੍ਹਾਉਣ ਲੱਗੇ ਆ ਜੀ। ਤੇ ਅਸੀਂ ਪੜ੍ਹੇ ਹੋਏ ਆ ਸਾਰੇ, ਤੇ ਸਾਡੀ ਅੱਜ ਦੀ ਜਨਰੇਸ਼ਨ ਜਿਹੜੇ ਮਰਜ਼ੀ ਥਾਂ ਤੋਂ ਪੜ੍ਹ ਲਏ, CBSE ਪੜ੍ਹੇ, ICSE ਪੜ੍ਹੇ। ਜਦ ਕਿਸੇ ਨੇ ਔਖਾ ਜਿਹਾ ਕੁਐਸਚਨ ਪੁੱਟ ਕਰਤਾ ਨਾ, ਉਹਨਾਂ ਦਿਮਾਗ ਨਹੀਂ ਵਰਤਣਾ, ਕੈਲਕੂਲੇਟਰ ਵਰਤਣਾ। ਆਖੋ ਸਤਿਨਾਮ। ਜੇ ਇੰਨਾ ਪੈਸਾ ਲੱਖਾਂ ਲਾ ਕੇ ਵੀ ਕੈਲਕੂਲੇਟਰ ਵਰਤਣਾ, ਫਿਰ ਤੇ ਅਨਪੜ੍ਹ ਬੰਦੇ ਚੰਗੇ ਭਾਈ ਉਂਗਲਾਂ ਤੇ ਦੱਸ ਦਿੰਦੇ ਆ। ਇਹ ਸਾਡੀ ਕਮਜ਼ੋਰੀ ਆ। ਅੱਜ ਜਿੰਨਾ ਮਰਜ਼ੀ ਅਸੀਂ ਪੜ੍ਹ ਲਈਏ, ਫੋਨ ਸਾਡਾ ਜ਼ਰੂਰੀ ਕੋਲੇ ਹੋਣਾ ਤਾਂ ਆਨਸਰ ਮਿਲਦੇ। ਹੁਣ ਤੇ ਕੰਮ ਹੋਰ ਬੜਾ ਸੌਖਾ ਹੈ ਵੀ ਜੇ ਐਗਜ਼ਾਮ ਆ ਗਿਆ, ਹੁਣ ਕੋਈ ਕਿਤਾਬ ਚੱਕਣ ਦੀ ਲੋੜ ਨਹੀਂ, ਪੜ੍ਹਨ ਦੀ ਲੋੜ ਨਹੀਂ, ਗੂਗਲ ਸਰਚ ਮਾਰੋ, ਨੇੜੇ ਤੇੜੇ ਜੋ ਕੁਝ ਹੁੰਦਾ ਆਈਡੀਆ ਮਿਲ ਜਾਂਦਾ। ਤੇ ਫਿਰ ਗੂਗਲ ਵਾਲਿਆਂ ਦਾ ਤੇ ਕੰਮ ਇਹੋ ਜਿਹੀ ਹੋਣਾ, ਫਿਰ ਇਹੋ ਜਿਹੀ ਕੰਮ ਕਰਨੇ ਹੋਣਾ, ਕਿਉਂਕਿ ਉਹ ਆਪਣੇ ਆਪ ਤੇ ਡਿਪੈਂਡੈਂਟ ਨਹੀਂ ਨੇ, ਦੂਜਿਆਂ ਤੇ ਨੇ, ਨਕਲਚੀ ਹੋ ਗਏ ਆ, ਕਾਪੀ ਕਰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਹੱਥ ਵੇਖ ਪਾਦਾ ਹੱਥ ਵੇਖ ਰਿਹਾ, ਕਹਿੰਦਾ ਰੇਖਾਵਾਂ ਬੜੀਆਂ ਸੋਹਣੀਆਂ ਨੇ, ਪੜ੍ਹ ਲੈਣਗੇ, ਇਹਨਾਂ ਦੀ ਪੜ੍ਹਾਈ ਵਾਲੀ ਵੇਖ ਹੈ। ਕੁੜੇ ਦੀ ਉਹੀ ਜਾਣਦੇ ਆ ਜੀ ਪੜ੍ਹਾਈ ਪੜੂਈ ਵਾਲੀ ਵੇਖਾ ਹੁੰਦੀ ਹੈ ਨਹੀਂ ਹੁੰਦੀ। ਪਿਤਾ ਹੋਰ ਖੁਸ਼ ਹੋ ਗਏ ਵੀ ਮੇਰੇ ਪੁੱਤ ਦੀ ਤੇ ਪੜ੍ਹਾਈ ਵਾਲੀ ਰੇਖਾ ਹੀ ਬਹੁਤ ਵੱਡੀ ਹੈ, ਪੜ੍ਹ ਲੈ ਕੇ ਚੰਗਾ ਪਟਵਾਰੀ ਬਣ ਜੂਗਾ। ਸੌਂਪ ਕਰ ਆਤਮਜ ਗਵਣਿਓ ਨਕੀਤ ਸੋ। ਬੁਲਾ ਕੇ ਫਤਿਹ ਉਸ ਵੇਲੇ ਦੀ
ਨਮਸਕਾਰ ਕਰਕੇ ਕਲਿਆਣ ਚੰਦ ਪਾਠਸ਼ਾਲਾ ਤੋਂ ਬਾਹਰ ਆ ਗਏ। ਸੋਚਦੇ ਸੀ ਪੁੱਤ ਰੋਊਗਾ ਪਿਤਾ ਜਾਂਦਾ ਵੇਖ। ਮਹਾਰਾਜ ਬੱਚਿਆਂ ਨਾਲ ਹੱਸਦੇ ਕਹਿੰਦੇ ਕੋਈ ਨਹੀਂ, ਬਾਪੂ ਅੱਗੇ ਵੀ ਕਿੰਨਾ ਪ੍ਰੇਮ ਕਰਦਾ। ਉਹਦੇ ਪਤਾ ਹੀ ਆ ਉਹਨਾਂ ਨੂੰ, ਕਿਉਂਕਿ ਉਹ ਆਮ ਬੱਚੇ ਥੋੜਾ ਨੇ ਵੀ ਚੀਕ ਚਿਹਾੜਾ ਛੱਡ ਦੇਣਗੇ, ਚੀਕਾਂ ਮਾਰਨਗੇ, ਲੈ ਜਾ ਬਾਪੂ ਮੈਂ ਨਹੀਂ ਰਹਿਣਾ, ਮੈਂ ਨਹੀਂ ਪੜ੍ਹਨਾ, ਮਾਂ ਕਿੱਥੇ ਹੈ। ਕੋਈ ਐਸਾ ਕੁਛ ਨਹੀਂ ਹੈ। ਕਹਿੰਦੇ ਪਿਤਾ ਨੇ ਛੁਪ ਕੇ ਵੀ ਵੇਖਿਆ ਵੀ ਪੁੱਤ ਤੇ ਖੁਸ਼ ਬੜਾ ਹੈ। ਉਹਨੂੰ ਲੱਗਿਆ ਵੀ ਜਿਹੜਾ ਰੋਂਦਾ ਨਹੀਂ, ਜਿਹੜਾ ਖੁਸ਼ ਬੜਾ ਹੈ, ਲੱਗਦਾ ਪਾਦਾ ਜੀ ਦੀ ਪੜ੍ਹਤੀ ਪੜ੍ਹ ਹੀ ਜਾਊਗਾ, ਪੜੂਗਾ। ਇਹ ਪੜ੍ਹਾਈ ਕਰਨ ਵਾਲੇ ਨੂੰ ਪਾਦਾ ਬੋਲਿਆ ਜਾਂਦਾ ਹੈ। ਜਦੋਂ ਕਹਿੰਦੇ ਪਿਤਾ ਜੀ ਘਰ ਨੂੰ ਵਾਪਸ ਆ ਗਏ, ਬੜੇ ਖੁਸ਼, ਬੜੇ ਖੁਸ਼। ਉਧਰ ਪਾਦੇ ਨੇ ਗੁਰੂ ਸਾਹਿਬ ਨੂੰ ਸੰਭਾਲਿਆ, ਕੋਲ ਬਿਠਾਇਆ, ਪਿਆਰ ਦੇ ਨਾਲ ਕੁਝ ਗੱਲਾਂ ਪੁੱਛੀਆਂ ਨੇ। ਪਾਦੇ ਅਹਿਲਾਦ ਕੈ ਮਹੂਰਤ ਕੋ ਸਾਧ ਕੈ। ਪਾਦਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਸਾਹਮਣੇ ਬਿਠਾ ਕੇ ਨਾ ਉਹਨਾਂ ਦਾ ਕੱਢਿਆ ਮਹੂਰਤ। ਸਨਾਤਨ ਮਤ ਹੈ ਜੀ, ਹਿੰਦੂ ਦਾ ਮਹੂਰਤ ਕੱਢਿਆ, ਮੰਤਰ ਮੁੰਤਰ ਜੇ ਪੜ੍ਹੇ, ਮੱਥੇ ਤੇ ਲਾਤਾ ਟਿੱਕਾ, ਓਪਨਿੰਗ ਕਰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖੀ ਜਾਂਦੇ ਪਾਦਾ ਜੀ ਕਰ ਕੀ ਰਹੇ ਆ। ਕਦੇ ਕਹਿੰਦੇ ਪੁੱਤਰਾ ਜਲ ਛਕ ਲਾ, ਹੱਥ ਵਿਖਾ, ਮੱਥਾ ਟੇਕ, ਕਿਉਂਕਿ ਸ਼ੁਰੂਆਤ ਪੁਰਾਣੇ ਜ਼ਮਾਨੇ 'ਚ ਇਹੀ ਕੁਝ ਹੁੰਦਾ ਸੀ। ਫੇਰ ਉਹਨਾਂ ਨੇ ਸਰਸਵਤੀ ਦਾ ਮੰਤਰ ਪੜ੍ਹਿਆ, ਉਹਦਾ ਗਾਇਨ ਕੀਤਾ ਏ। ਸਰਸਵਤੀ ਆਰਾਧ ਕੈ ਜੋ ਸਭੈ ਮਤ ਦੀਤ ਸੋ। ਤੇ ਗਣੇਸ਼ ਨੂੰ ਆਰਾਧਿਆ ਵੀ ਮਤ ਦਈ ਇਹਨੂੰ ਫਤਿਹ ਨੇ। ਸਰਸਵਤੀ ਨੂੰ ਤਾਂ ਪੜਿਆ ਵੀ ਇਹਦੀ ਜ਼ੁਬਾਨ ਤੇ ਸਰਸਵਤੀ ਹੋਵੇ, ਸੋਹਣਾ ਸੋਹਣਾ ਬੋਲੇ। ਜਦ ਕੋਈ ਸੋਹਣਾ ਗਾਉਂਦਾ ਹੈ, ਸੋਹਣਾ ਬੋਲਦਾ ਹੈ, ਆਪਣੇ ਸਮਾਜ 'ਚ ਕੀ ਕਹਿੰਦੇ? ਕਹਿੰਦੇ ਬਾਈ ਬੰਦੇ ਦੀ ਜ਼ੁਬਾਨ ਤੇ ਸਰਸਵਤੀ ਦਾ ਵਸ ਹੈ, ਕਹਿੰਦੇ ਆ ਨਾ। ਤੇ ਫਿਰ ਪਾਦੇ ਨੇ ਉਹ ਦੋਨੇ ਤਿੰਨੇ ਮਨਾਈਆਂ, ਮੱਥਾ ਟੇਕਿਆ ਵੀ ਇਸ ਬੱਚੇ ਨੂੰ ਹੋਣਹਾਰ ਬਣਾਇਓ। ਸੰਖਿਆ ਕੋ ਜੋ ਆਦ ਸੋ ਸਿਖਾਵਣ ਕੀ ਸੀਖ ਦੇਤ। ਇਸ ਕੰਮ ਤੋਂ ਬਾਅਦ ਨਾ ਪਾਦਾ ਜੀ ਕਾਇਦਾ ਲੈ ਕੇ ਬਹਿ ਗਏ ਕੋਲੇ ਗੁਰੂ ਨਾਨਕ ਸਾਹਿਬ ਦੇ। ਕਹਿੰਦੇ ਪੁੱਤ 1 2 3 4 ਜੋ ਉਹਨਾਂ ਸਮਿਆਂ ਦੀ ਗਿਣਤੀ ਸੀ, ਸਾਰੀ ਪੜ੍ਹਾਈ ਗੁਰੂ ਸਾਹਿਬ ਨੇ ਸਾਰੀ ਪੜ੍ਹਦੀ ਪਹਿਲੇ ਦਿਨ ਪੜ੍ਹੀ। ਕਹਿੰਦਾ ਵਾਹ ਵੀ ਨਾਨਕ ਕਮਾਲ ਹੈ, ਤੂੰ ਤੇ ਸਿਆਣਾ ਹੀ ਬੜਾ ਹੈ, ਤੂੰ ਤਾਂ ਦਿਮਾਗ ਹੀ ਬਹੁਤ ਹੈ। ਤੇਰਾ ਪੁੱਤ ਕਹਿੰਦਾ, ਤੇਰਾ ਪਿਤਾ ਕਹਿੰਦਾ ਪਟਵਾਰੀ ਬਣਾਉਣਾ, ਮੈਨੂੰ ਲੱਗਦਾ ਤੇਰੇ ਕੋਲ ਵਿਦਿਆ ਪਹਿਲੇ ਹੀ ਬੜੀ ਹੈ। ਤੇ ਮਹਾਰਾਜ ਕਹਿੰਦੇ ਸਾਰੀ ਵਿਦਿਆ ਪੜ੍ਹੀ ਜਾਣ ਜਿਵੇਂ ਜਾਣਦੇ ਹੁੰਦੇ ਆ। ਜਿਹੜਾ ਅੱਖਰ ਉਹ ਬੋਲਿਆ ਕਰੇ ਉਹੀ ਯਾਦ, ਜਿਹੜਾ ਬੋਲਿਆ ਕਰੇ ਉਹੀ ਯਾਦ। ਤੇ ਪਾਦਾ ਬੜਾ। ਬਾਪੂ ਕਹਿੰਦਾ ਮਾਇਆ ਵੱਧ ਦਿਆਂਗਾ, ਮੈਨੂੰ ਲੱਗਦਾ ਵੀ ਇਹਨੇ 2 ਸਾਲ ਵਾਲੀ ਪੜ੍ਹਾਈ 2 ਮਹੀਨਿਆਂ 'ਚ ਕਰ ਲੈਣੀ। ਆਖੋ ਸਾਰਾ ਨਾਮ ਖੁਸ਼ੀ ਹੋਈ। ਉਹਨੇ ਅੱਗੇ ਹੋਰ ਹਰਫ ਬੱਚੇ ਨੂੰ ਪੜਾਉਣੇ ਸ਼ੁਰੂ ਕੀਤੇ ਨੇ। ਸੰਖਿਆ ਤੇ ਅਸੰਖ ਤਾਂ ਕੋ ਸੰਖਿਆ ਕੋ ਸਿਖਾਵਈ। ਕਹਿੰਦੇ ਫੇਰ ਉਹਨੇ ਸਿਖਾਈ ਸੰਖਿਆ। ਸੰਖਿਆ ਨਾਮ ਹੈ ਗਿਣਤੀ ਦਾ। ਮੈਂ ਕਹਿੰਦਾ ਸਾਡੇ ਤੇ ਬਹੁਤ ਔਖਾ ਕੰਮ ਹੋ ਜਾਂਦਾ, 100 ਤੱਕ ਗਿਣਤੀ ਜਾਂਦਿਆਂ ਵੀ ਕਈ ਵਾਰ ਨਰਸਰੀ ਪੂਰੀ ਹੋ ਜਾਂਦੀ ਹੈ, ਫਿਰ ਯਾਦ ਨਹੀਂ ਹੁੰਦੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਹੀ 1 ਤੋਂ ਲੈ ਕੇ ਕਹਿੰਦੇ 100 ਤੱਕ ਗਿਣਤੀ ਪੜ੍ਹਤੀ। ਕਹਿੰਦੇ ਅੱਗੇ ਪੜ੍ਹੀਏ। ਪਾਦਾ ਕਹਿੰਦਾ ਨਾ ਬਾਈ ਤੂੰ ਤੇ ਅਸੰਖਾਂ ਤੱਕ ਹੀ ਜਾਏਗਾ, ਖੁਦਾ ਦਾ ਨਾਮ ਰਹਿਣ ਦੇ ਬਹੁਤ ਹੈ, ਸ਼ਾਬਾਸ਼ ਤੇਰੇ। ਪੜ੍ਹਾਉਣ ਤੋਂ ਬਾਅਦ ਉਹਨਾਂ ਨੇ ਪਹਾੜੇ ਸ਼ੁਰੂ ਕਰਾਤੇ ਜੀ, ਜਿਹਨੂੰ ਆਪਾਂ ਟੇਬਲ ਕਹਿੰਦੇ ਹਾਂ। ਪੁਰਾਣੇ ਸਮੇਂ ਵਿੱਚ ਟੇਬਲ ਪੜ੍ਹਾਏ ਜਾਂਦੇ ਸੀ, ਪਹਾੜੇ ਅੱਜ ਵੀ ਚੱਲਦੇ ਆ, ਥੋੜੇ ਹੋਰ ਤਰੀਕੇ ਦੇ ਆ। ਕਹਿੰਦੇ ਉਹਨਾਂ ਨੇ 1 ਦਾ ਪਹਾੜਾ ਪੜ੍ਹਾਉਣਾ ਸ਼ੁਰੂ ਕੀਤਾ। ਹੁਣ ਸਾਡੇ ਵਾਲੇ ਤੇ 2 ਦਾ ਪੜ੍ਹਾਉਂਦੇ ਆ ਜੀ। ਤੇ ਫਿਰ ਸਾਡੇ ਵਾਲੇ 2 ਤੋਂ ਬਾਅਦ ਸਿੱਧਾ 4 ਦਾ, ਕਦੇ 6 ਦਾ, ਇਹੋ ਜਿਹੇ ਕੰਮ ਲੈਂਦੇ ਆਪਣੇ। ਉਹਨੇ ਪੜ੍ਹਾਇਆ ਅੱਧੇ ਦਾ, ਫਿਰ 1 ਦਾ, ਫਿਰ 1.5 ਦਾ। ਇਹ ਪਟਵਾਰੀ ਲੋਕ ਜਾਣਦੇ ਹੁੰਦੇ ਵੀ ਆ 1.5 ਕਿਹਨੂੰ ਕਹਿੰਦੇ, 73 ਕਿਹਨੂੰ ਕਹਿੰਦੇ। ਹੁਣ ਉਹ ਪਹਾੜੇ ਗੁਰੂ ਸਾਹਿਬ ਨੂੰ ਪੜ੍ਹਾਉਣੇ ਸ਼ੁਰੂ ਕੀਤੇ। ਅੱਗੇ ਪਾਦਾ ਬੋਲਿਆ ਕਰੇ, ਪਿੱਛੇ ਗੁਰੂ ਸਾਹਿਬ ਮਿੱਠੀ ਜੀ ਸੁਰ ਵਿੱਚ, ਮਿੱਠੀ ਜੀ ਆਵਾਜ਼ ਵਿੱਚ ਨਾਨਕ ਉੱਚੀ ਬੋਲਦੇ ਹਨ। ਜਨਕ ਬਿਸਾਈ ਗਇਓ ਪਾਤੀ ਤੇ ਮਾਣ ਕਹਿਓ। ਕਹਿੰਦੇ ਪਿਤਾ ਆਪਣੇ ਪੁੱਤ ਤੇ ਮਾਣ ਕਰਦਾ ਜਾਂਦਾ। ਜਦੋਂ ਦਰਵਾਜ਼ੇ ਤੋਂ ਬਾਹਰ ਬੱਚੇ ਦੀ ਆਵਾਜ਼ ਸੁਣੀ ਨਾ ਕਿ ਵੀ ਵਾਹ ਨਾਨਕ ਦੇ ਪਹਿਲੇ ਦਿਨ ਹੀ ਪੜ ਗਿਆ। ਤੇ ਬਾਪੂ ਨੇ ਘਰ ਜਾਂਦਿਆਂ ਰੌਲਾ ਪਾਤਾ, ਕਹਿੰਦੇ ਲੈ ਮੇਰਾ ਪੁੱਤ ਮੈਂ ਐਵੇਂ ਮਾੜਾ ਕਹੀ ਜਾਂਦਾ ਸੀ ਤੇ ਹੋਣਹਾਰੀ ਬੜਾ, ਖੁਦਾ ਦਾ ਨਾਮ। ਮੈਂ ਪਾਦੇ ਨੂੰ ਕਹਿੰਦਾ ਸੀ ਮੇਰੇ ਪੁੱਤ ਨੇ ਸ਼ਾਇਦ ਨਾ ਹੀ ਪੜ੍ਹਨਾ ਹੋਵੇ। ਘਰੇ ਆ ਕੇ ਆਪਣੀ ਪਤਨੀ ਨੂੰ ਦੱਸਿਆ, ਮਾਤਾ ਤੇਰੇ ਪਿਤਾ ਬੜੇ ਖੁਸ਼। ਭਰਾ ਆਪਣੇ ਨੂੰ ਦੱਸਦੇ ਫਿਰਦੇ ਲਾਲ ਚੰਦ ਨੂੰ, ਕਹਿੰਦੇ ਵੇਖ ਲਾ ਭਤੀਜਾ ਤੇਰਾ ਕਿੰਨਾ ਸਿਆਣਾ ਹੈ, ਕਿੰਨਾ ਵਧੀਆ ਪੜ੍ਹਦਾ ਹੈ। ਉਹ ਕਹਿੰਦੇ ਲੈ ਨਾਨਕ ਸਿਆਣਾ ਭਾਈ ਪੜੂਗਾ ਕਿਉਂ ਨਹੀਂ। ਕਹਿੰਦੇ ਬਾਪੂ ਨੇ ਜੀ ਰੌਲਾ ਪਾਤਾ ਸਾਰੇ ਮਹੱਲੇ 'ਚ, ਸਾਰੇ ਪਿੰਡ 'ਚ।
ਵੀ ਨਾਨਕ ਤੇ ਬਹੁਤ ਸੋਹਣਾ ਪੜ੍ਹਦਾ ਹੈ। ਹੁਣ ਇਹ ਪਾਇਆ ਰੌਲਾ ਪਿਤਾ ਨੂੰ ਮਹਿੰਗਾ ਪੈਣਾ। ਆਖੋ ਸਤਿਨਾਮ। ਬਾਪੂ ਨੇ ਪੂਰਾ ਗਾਹ ਪਾਤਾ। ਇਹ ਦੇਖੋ ਇਹ ਭੋਲੇ ਲੋਕ ਹੁੰਦੇ ਪੁਰਾਣੇ ਸਮੇਂ 'ਚ, ਕੋਈ ਚੰਗੀ ਗੱਲ ਹੋ ਜੇ ਤੇ ਉਹਨਾਂ ਖੁਸ਼ੀ ਬੜੀ ਮਨਾਉਣੀ। ਅੱਜ ਕੱਲ੍ਹ ਤੇ ਬੇਈਮਾਨਾ ਇੰਨਾ ਏ, ਬੱਚੇ ਦਾ ਵੀਜ਼ਾ ਲੱਗ ਜੇ ਪਾਪ ਵੀ ਨਹੀਂ ਕੱਢਦੇ ਲੋਕ। ਬਾਹਰ ਜਾ ਕੇ ਪੱਕਾ ਵੀ ਹੋ ਜੇ ਨਾ, ਜੇ ਕੋਈ ਪੁੱਛੇ ਸੁਣਿਆ ਤੁਹਾਡਾ ਬੱਚਾ ਬਾਹਰ ਗਿਆ, ਕਹਿੰਦੇ ਹਾਂਜੀ ਫਲਾਣਾ ਵੀ ਗਿਆ ਸੀ, ਚਲੋ ਟਰਾਈ ਕੀਤਾ ਸੀ। ਉਹ ਪਤੰਦਰ ਪੱਕਾ ਹੋਇਆ ਫਿਰਦਾ ਤੇ ਤੁਸੀਂ ਟਰਾਈ ਕਰਦੇ ਫਿਰਦੇ। ਕਿੱਡਾ ਪਾਪ ਆ ਲੋਕਾਂ ਦੇ ਅੰਦਰ। ਲੋਕਾਂ ਨੂੰ ਪਤਾ ਹੈ ਵੀ ਜਿਹੋ ਜਿਹੇ ਅਸੀਂ ਉਹੋ ਜਿਹੇ ਸਾਡੇ ਗਵਾਂਢੀ ਨੇ। ਕਿਤੇ ਕੱਲ੍ਹ ਨੂੰ ਕਿਸੇ ਬਾਬੇ ਕੋਲ ਜਾ ਕੇ ਮੰਤਰ ਨਾ ਪੜ੍ਹ ਦੇਣ, ਫਿਰ ਕੀ ਹੋਊਗਾ? ਬਾਬਾ ਜਹਾਜ਼ ਤਾਰ ਦੂ ਥੱਲੇ। ਕਿਹੜੇ ਭਰਮਾਂ 'ਚ ਤੁਰੇ ਫਿਰਦੇ ਹਾਂ ਅਸੀਂ। ਬਸ ਇਹ ਬੇਈਮਾਨਾਂ ਅੰਦਰ ਦਾ ਵੀ ਆਪਣੀ ਗੱਲ ਡਿਸਕਲੋਜ਼ ਨਾ ਕਰੋ। ਅੱਜ ਇਹੀ ਪੜ੍ਹਾਇਆ ਜਾਂਦਾ, ਹਰ ਬੰਦੇ ਨੂੰ ਸਿਖਾਇਆ ਜਾਂਦਾ ਹੈ। ਦੇਖੀ ਓਏ ਪਰਦਾ ਰੱਖਿਆ ਕਰ, ਇਹਦੇ ਕੋਲ ਗੱਲ ਨਾ ਕਰੀ। ਐਡਾ ਬੇਈਮਾਨਾ ਬੰਦੇ ਦੇ ਅੰਦਰ ਭਰਤਾ। ਜੇ ਹੁਣ ਉਹਨੂੰ ਕੋਈ ਪੁੱਛੇ ਨਾ ਉਹ ਪਾਠ ਕਿੰਨੇ ਕਰਦਾ ਹੈ, ਇੱਕ ਤੇ ਮੇਰੇ ਵਰਗਾ ਰੌਲਾ ਪਾਉਣ ਵਾਲਾ ਜਿਹੜਾ ਨਿਤਨੇਮ ਵੀ ਨਹੀਂ ਕਰਦਾ, ਕਹਿੰਦਾ ਜੀ ਮੈਂ 85 ਪਾਠ ਜਪਜੀ ਸਾਹਿਬ ਦੇ ਕਰਦਾ। ਤੇ ਦੂਜਾ ਜਿਹੜਾ 1-2 ਕਰਦਾ ਕਹਿੰਦਾ ਨਾ ਪੁੱਛੇ ਦਾ ਨਹੀਂ ਹੁੰਦਾ, ਫਾਇਦਾ ਨਹੀਂ ਹੁੰਦਾ, ਉਵੇਂ ਸਖਤ ਹੋਇਆ ਫਿਰਦਾ। ਕੱਟੜਵਾਦ ਇੰਨਾ ਹੋ ਗਿਆ, ਹਰ ਚੀਜ਼ ਤੇ ਪਰਦਾ ਪਾਈ ਰੱਖਦੇ ਆ। ਨੁਕਸਾਨ ਫਿਰ ਤਾਂ ਹੀ ਹੁੰਦੇ ਆ। ਪੁਰਾਣੇ ਸਮੇਂ ਦੇ ਲੋਕ ਬੜੇ ਭੋਲੇ ਸੀ, ਰੌਲਾ ਪਾ ਦੇਣਾ ਜੋ ਵੇਖੀ। ਕੰਮ ਬਣੇ ਨਾ ਬਣੇ ਖੁਸ਼ੀ ਰਹਿੰਦੇ ਆ। ਆਹੀ ਖੁਸ਼ੀ ਜ਼ਿੰਦਗੀ ਹੈ, ਆਹੀ ਖੁਸ਼ੀ ਜੀਵਨ ਹੈ। ਅੱਜ ਸਾਡੇ ਕੋਲ ਖੁਸ਼ੀਆਂ ਬੜੀਆਂ ਨੇ, ਅਸੀਂ ਖੁਸ਼ ਕਿਹਦੇ ਕੋਲ ਹੋਈਏ? ਹੱਸਣ ਨੂੰ ਜੀ ਕਰਦਾ ਕਿਹਦੇ ਕੋਲ ਬਹਿ ਕੇ ਹੱਸੀਏ? ਕਿਉਂਕਿ ਜਿਹਦੇ ਨਾਲ ਅਸੀਂ ਗੱਲਾਂ ਕਰਦੇ ਸਾਨੂੰ ਉਹਦੇ ਵੀ ਭਰੋਸਾ ਨਹੀਂ ਹੁੰਦਾ ਵੀ ਕਿਤੇ ਰਿਕਾਰਡਿੰਗ ਤਾਂ ਨਹੀਂ ਕਰਦਾ। ਆਖੋ ਸਤਿਨਾਮ। ਆਹ ਪਾਪ ਚੱਲਦਾ ਹਰ ਪਾਸੇ। ਫਿਰ ਅਸੀਂ ਕਹਿੰਦੇ ਅਸੀਂ ਧਰਮੀ ਹੁੰਦੇ ਹਾਂ, ਕਿਉਂਕਿ ਇਕੱਲਾ ਸਾਡਾ ਕਸੂਰ ਨਹੀਂ, ਸਾਡਾ ਸਮਾਜ ਵੀ ਉਹੋ ਜਿਹਾ ਹੀ ਹੈ। ਅੱਜ ਕੱਲ੍ਹ ਚੁਗਲੀਆਂ ਦਾ ਜ਼ਮਾਨਾ ਜ਼ਿਆਦਾ ਹੈ ਤੇ ਚੁਗਲੀਆਂ ਵੀ ਆਨਲਾਈਨ ਹੁੰਦੀਆਂ ਨੇ, ਗੱਲਾਂ ਬਾਤਾਂ ਵੀ ਆਨਲਾਈਨ। ਪਰ ਇਹ ਸਾਰਾ ਕੁਝ ਨੁਕਸਾਨਦਾਇਕ ਹੈ। ਅੱਗੇ ਲੋਕ ਫ੍ਰੀ ਆਫ ਮਾਈਂਡ ਸੀ, ਜੋ ਕਹਿਣਾ ਕਹਿ ਦੇਣਾ। ਖੁਸ਼ ਤੇ ਖੁਸ਼ ਨੇ, ਰੋਣਾ ਤੇ ਸਾਹਮਣੇ ਰੋਣਾ ਹੈ, ਦੁਖੀ ਹੋਣਾ ਤੇ ਸ਼ਰੇਆਮ ਹੋਣਾ ਹੈ। ਤੇ ਜੇ ਖੁਸ਼ੀ ਦੇਣੀ ਆ ਤੇ ਸਾਰਿਆਂ ਨੂੰ ਕਹਿਣਾ ਹੈ। ਪਿਤਾ ਨੇ ਆ ਕੇ ਰੌਲਾ ਪਾਤਾ, ਘਰੇ ਮਠਿਆਈ ਬਣਤੀ। ਕਹਿੰਦੇ ਪੁੱਤ ਮੇਰਾ ਮੈਂ ਸੁਣ ਕੇ ਆਇਆ ਤੋਤੇ ਵਾਂਗੂ ਰੱਟੇ ਲਾਉਂਦਾ ਹੈ। ਬਾਪੂ ਦੀ ਬੋਲੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਦਿਲ ਦੀ ਗੱਲ ਜਾਣ ਲਈ। ਆਖੋ ਸਤਿਨਾਮ। ਵੀ ਅੱਗੇ ਮਾਤਾ ਤੋਂ ਪਰਦਾ ਰੱਖਿਆ ਨਿਰੰਕਾਰ। ਕਹਿੰਦੇ ਹੁਣ ਬਾਪੂ ਕਹਿੰਦਾ ਪੁੱਤ ਪੜ੍ਹ ਗਿਆ, ਕੋਈ ਨਹੀਂ ਬਾਪੂ ਫਿਰ ਪਟਵਾਰੀ ਬਣ ਕੇ ਮੈਂ ਹੀ ਖਿਆਲ ਕਰ ਲਿਆ ਮਨ 'ਚ। ਹੁਣ ਕੀ ਹੋਊਗਾ ਜੀ? ਸਮਾਂ ਸਮਾਪਤ ਹੈ, ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਦੇਖੋ ਕਥਾ ਤੁਸੀਂ ਅੱਗੇ ਬੜੀ ਸੁਣੀ ਹੋਣੀ, ਸਾਰਿਆਂ ਨੂੰ ਪਤਾ, ਪਾਤੇ ਨੇ ਪੜ੍ਹਾਇਆ, ਸਭ ਨੂੰ ਪਤਾ, ਕਿਹਨੂੰ ਨਹੀਂ ਪਤਾ। ਸਾਖੀਆਂ ਦੇ ਵਿੱਚ ਤੇ ਕਥਾ ਵਿੱਚ ਇਹੀ ਫਰਕ ਹੁੰਦਾ ਹੈ। ਕਥਾ ਹੁੰਦੀ ਆ ਉਸ ਸਮੇਂ ਦੀ ਹੋਈ ਗੱਲਬਾਤ, ਹੋਈ ਟੇਬਲ ਟਾਕ, ਕੀ ਹੋਇਆ, ਕਿਸ ਵੇਲੇ ਕੀ ਵਰਤਿਆ। ਸਾਖੀ 'ਚ ਥੋੜਾ ਹੋਣਾ ਹੈ। ਸਾਖੀ ਨੇ ਸਿੱਧਾ ਕਹਿਣਾ ਪਾਦੇ ਕੋਲ ਪੜਨ ਗਏ, ਤੇ ਫਿਰ ਬੀਬੀਆਂ ਨੇ ਗਾ ਕੇ ਕਹਿਣਾ ਪਾਦੇ ਕੋਲ ਪੜਨੇ ਪਾਇਆ, ਪਾਦੇ ਨੂੰ ਆਪ ਪੜਾਇਆ। ਇਹ ਹੁੰਦਾ ਨਾ। ਤੇ ਅੱਗੇ ਕੀ ਕਹਿਣਾ? ਪੱਟੀ ਤੇ ਲਿਖਿਆ ਸਤ ਕਰਤਾਰ ਇੱਕ ਮਸਤਾਨਾ ਜੋਗੀ। ਹੁਣ ਤੱਕ ਇਹੀ ਪੜ੍ਹਦੇ ਆਏ। ਪਰ ਜਦ ਕਥਾ ਸੁਣਦੇ ਆ ਫਿਰ ਆਨੰਦ ਜੀਵਨ ਚ ਆਉਂਦਾ ਹੈ। ਫਿਰ ਪਤਾ ਲੱਗਦਾ ਹੈ ਉਹ ਸਮਾਂ ਕਿਹੋ ਜਿਹਾ ਸੀ, ਵਾਤਾਵਰਨ ਕਿਹੋ ਜਿਹਾ ਸੀ, ਉਦੋਂ ਕੀ ਹੋਇਆ। ਗੁਰੂ ਸਾਹਿਬ ਗਏ, ਪਾਦਾ ਕੀ ਬੋਲਿਆ, ਮਰਦ ਨੇ ਕੀ ਬੋਲਿਆ, ਬਾਪੂ ਨੇ ਕੀ ਕੀਤਾ। ਇਹਨੂੰ ਕਹਿੰਦੇ ਜੀਵਨ ਕਥਾ। ਜੀਵਨ ਕਥਾ ਵਿੱਚ ਤੇ ਸਾਖੀ ਵਿੱਚ ਇਹੀ ਫਰਕ ਹੁੰਦਾ ਹੈ। ਲੱਖਾਂ ਵਾਰ ਸੁਣੀ ਹੋਏਗੀ, ਪਰ ਅੱਜ ਵੀ ਸੁਣੋਗੇ, ਕੱਲ ਵੀ ਸੁਣੋਗੇ ਤੇ ਇਹ ਆਨੰਦ ਹੀ ਵੱਖਰਾ ਹੋਏਗਾ। ਮਰਦ ਕਿਰਪਾ ਕਰਨ, ਆਨੰਦ ਬਰਕਰਾਰ ਰਹੇ, ਜੁੜ ਕੇ ਆਨੰਦ ਮਾਣਦੇ ਰਹੀਏ। ਵਾਹਿਗੁਰੂ ਵਾਹਿਗੁਰੂ।